ਸੋ ਹੁਣ ਗੱਲਬਾਤ ਕਰਦੇ ਥੋੜ੍ਹੀ ਜੀ ਇਹਨਾਂ ਦੀ ਲਾਈਫ ਬਾਰੇ। ਰਾਜ ਕੁਮਾਰ ਜੀ, ਤੇ ਸਾਨੂੰ ਤੁਸੀਂ ਇਹ ਦੱਸੋ ਵੀ ਪੰਜਾਬ ਤੇ ਤੁਸੀਂ ਕਾਫੀ ਸਾਲ ਤੋਂ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਕਿੱਦਾਂ ਮਨ ਵਿੱਚ ਆਇਆ ਕਿ ਜਿਹੜਾ ਵੀ ਆਪਾਂ ਨੂੰ ਕੈਨੇਡਾ ਜਾ ਕੇ ਵੇਖਣਾ ਚਾਹੀਦਾ, ਜਾਂ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ? ਔਰ ਪੰਜਾਬ ਦਾ ਇੱਕ ਪਾਸੇ ਤੇ ਜੇ ਆਪਾਂ ਵੇਖੀਏ ਗੁਰੂਆਂ ਪੀਰਾਂ ਦੀ ਧਰਤੀ ਹੈ, ਸ਼ਹੀਦਾਂ ਦੀ ਬਦੌਲਤ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਾਂ ਉਹਨਾਂ ਦਾ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਔਰ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਸਿਹਤ ਸਹੂਲਤਾਂ ਦੀ ਵੀ ਗੱਲ ਕਰਾਂਗੇ, ਇੱਥੋਂ ਤੇ ਉੱਥੋਂ ਦਾ ਕੀ ਫਰਕ ਹੈ, ਤੁਹਾਨੂੰ ਕਿੱਦਾਂ ਲੱਗਦਾ ਹੈ ਵੀ ਜਿਹੜਾ ਉੱਥੋਂ ਦਾ ਨਜ਼ਾਰਾ ਹੈ ਤੇ ਜਦੋਂ ਪੰਜਾਬ ਯਾਦ ਆਉਂਦਾ ਉਦੋਂ ਦਾ ਨਜ਼ਾਰਾ, ਜਾਂ ਮਾਂ ਬਾਪ ਦੀ ਯਾਦ ਆਉਂਦੀ ਹੈ, ਸਾਰੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਪਹਿਲਾਂ NGO ਬਾਰੇ ਸੀ, ਹੁਣ ਤੁਹਾਡੀ ਪਰਸਨਲ ਜ਼ਿੰਦਗੀ ਦੇ ਬਾਰੇ ਅਸੀਂ ਚਾਹੁੰਦੇ ਹਾਂ ਵੀ ਚਲੋ ਸਾਨੂੰ ਆਪਣੇ ਆਪ 'ਤੇ ਵੀ ਮਾਣ ਹੁੰਦਾ ਹੈ ਕਿ ਸਾਡਾ ਭਰਾ ਉੱਥੇ ਬੈਠਾ ਹੈ, ਅਤੇ ਸਾਡਾ ਜਦੋਂ ਕੈਨੇਡਾ ਦੀ ਗੱਲ ਚੱਲਦੀ ਹੈ ਬਾਹਰ ਦੀ, ਸਾਨੂੰ ਐਂ ਲੱਗਦਾ ਵੀ ਸਾਡਾ ਭਰਾ ਵੀ ਉੱਥੇ ਵੀ ਹੈਗਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਸਭ ਤੋਂ ਵੱਡੀ ਗੱਲ ਹੈ ਵੀ ਪੰਜਾਬ ਵਰਗਾ ਤਾਂ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਚਾਹੇ ਹੁਣ ਕੈਨੇਡਾ ਨੂੰ ਵੀ ਮਿਨੀ ਪੰਜਾਬ ਹੀ ਕਹਿ ਦਿੰਦੇ ਆ, ਬਟ ਉੱਥੇ ਰਹਿ ਕੇ ਵੀ ਨਾ ਮਤਲਬ ਦਿਲ ਦੀ ਜਿਹੜੀ ਚਾਹ ਤਾਂ ਇੱਧਰ ਨੂੰ ਹੀ ਰਹਿੰਦੀ ਹੈ, ਕਿਉਂਕਿ ਸਾਰਾ ਬਚਪਨ ਸਾਰੀ ਜਵਾਨੀ ਕੋਈ ਸਾਰਾ ਸਮਾਂ ਤਾਂ ਇੱਥੇ ਬੀਤ ਗਿਆ, ਅਤੇ ਹੁਣ ਜਦੋਂ ਜਾ ਕੇ ਸਾਰਾ ਕੁਛ ਨਵੇਂ ਸਿਰੇ ਤੋਂ ਕਰਨਾ ਜੀ ਕਾਫੀ ਮੁਸ਼ਕਿਲ ਹੁੰਦਾ। ਚਲੋ ਪ੍ਰਮਾਤਮਾ ਦੀ ਕਿਰਪਾ ਸੀ, ਕੋਈ ਚੰਗੇ ਕਰਮ ਸੀਗੇ ਤਾਂ ਉਸ ਮਹਾਰਾਜ ਨੇ ਬੜੀ ਮਤਲਬ ਮਿਹਰ ਕੀਤੀ ਸਾਡੇ 'ਤੇ ਜੀ ਔਰ ਵਧੀਆ ਕਾਰੋਬਾਰ ਸੈੱਟ ਕੀਤੇ ਉੱਥੇ ਆਪਦੀ ਮਿਹਨਤ ਦੇ ਨਾਲ। ਬਾਕੀ ਲਾਈਫ ਤਾਂ ਇਹ ਹੈ ਜੀ, ਜੇ ਲਾਈਫ ਦਾ ਤਾਂ ਆਪਾਂ ਸੋਚੀਏ ਵੀ ਇੱਥੇ ਵੀ ਵਧੀਆ ਸੀਗੇ, ਪਰ ਜਿਹੜੀਆਂ ਉੱਥੋਂ ਦੀ ਗੌਰਮੈਂਟਾਂ ਦੀਆਂ ਸਹੂਲਤਾਂ ਨੇ ਉਹਦੇ ਹਿਸਾਬ ਨਾਲ ਲਾਈਫ ਉੱਥੇ ਥੋੜ੍ਹੀ ਜਿਹੀ ਸੌਖੀ ਹੈਗੀ ਆ। ਜੀ ਇੱਕ ਤਾਂ ਤੁਹਾਨੂੰ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਹੁੰਦੀ ਹੈ +2 ਤੱਕ, ਮੈਡੀਕਲ ਤਾਂ ਟੋਟਲੀ ਫ੍ਰੀ ਹੈਗਾ ਕੈਨੇਡਾ ਦੇ ਵਿੱਚ। ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ, ਕੋਈ ਟੈਸਟ ਨੇ ਤੁਹਾਡੇ, ਜਾਂ ਮਤਲਬ ਕੋਈ ਮੇਜਰ ਹਾਰਟ ਅਟੈਕ ਆ ਜਾਂਦਾ, ਕੋਈ ਤੁਹਾਡੀ ਸਰਜਰੀ ਹੈ, ਤਾਂ ਕਿਸੇ ਵੀ ਚੀਜ਼ ਦਾ ਤੁਹਾਨੂੰ ਪੇ ਨਹੀਂ ਕਰਨਾ ਪੈਂਦਾ, ਉਹ ਗੌਰਮੈਂਟ ਵੱਲੋਂ ਫ੍ਰੀ ਹੈ। ਓਕੇ। ਤਾਂ ਐਜੂਕੇਸ਼ਨ ਮੈਂ ਦੱਸ ਹੀ ਦਿੱਤਾ ਤੁਹਾਨੂੰ, +2 ਤੱਕ ਬੱਚਿਆਂ ਦੀ ਟੋਟਲੀ ਫ੍ਰੀ ਹੈ, ਤੁਸੀਂ ਫ੍ਰੀ ਮਾਈਂਡ ਹੈਗੇ ਜੇ। ਹੋਰ ਬੱਚਿਆਂ ਨੂੰ ਸਾਰੀਆਂ ਸੁੱਖ ਸਹੂਲਤਾਂ ਸਾਰੀ ਗੌਰਮੈਂਟ ਵੱਲੋਂ ਫ੍ਰੀ ਹੁੰਦੀਆਂ ਉੱਥੇ। ਜਿੱਦਾਂ ਆਪਾਂ ਹੁਣ ਵੀ ਤੁਸੀਂ ਇੱਥੇ ਪੰਜਾਬ ਆਏ ਹੋ, ਆਪਾਂ ਫਿਰੋਜ਼ਪੁਰ ਬੈਠੇ ਹਾਂ, ਅਤੇ ਬੰਦਾ ਸੁਬਾਹ ਬਾਹਰ ਨੂੰ ਨਿਕਲਦਾ ਹੈ ਨਾ ਪਿੰਡਾਂ ਦੇ ਵਿੱਚ, ਅਤੇ ਸੱਤਾਂ ਸਾਡੇ ਬਜ਼ੁਰਗ ਬੈਠੇ ਹੁੰਦੇ ਹੈ ਨਾ, ਤਾਸ਼ ਖੇਡੀ ਜਾਂਦੇ ਹੈ ਨਾ, ਉਹ ਇੱਕ ਵੱਖਰਾ ਜਿਹਾ ਨਜ਼ਾਰਾ ਹੁੰਦਾ। ਇਹ ਨਜ਼ਾਰਾ ਤਾਂ ਉੱਥੇ ਨਹੀਂ ਮਿਲਦਾ। ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਉੱਥੇ ਸਾਰੇ ਚਲੋ ਕੰਮਕਾਰ ਤਾਂ ਇੱਥੇ ਵੀ ਬਹੁਤ ਕਰਦੇ ਆਪਾਂ, ਇਹ ਨਹੀਂ ਵੀ ਇੱਥੇ ਲੋਕ ਵਿਹਲੇ ਰਹਿੰਦੇ ਨੇ, ਇੱਥੇ ਵੀ ਬਹੁਤ ਮਿਹਨਤ ਕਰਦੇ ਨੇ, ਤਾਂ ਹੀ ਉਹ ਇਹੋ ਆਪਦਾ ਰੋਟੀ ਜੋਗੇ ਮਤਲਬ ਆਪਦੀ ਮਿਹਨਤਾਂ ਕਰਕੇ ਕੁਛ ਇੱਥੋਂ ਤੱਕ ਪਹੁੰਚਦੇ ਨੇ। ਜੀ ਬਟ ਉੱਥੇ ਕੀ ਹੈ, ਜਿਹੜੀ ਸਟੇਟ 'ਚ ਮੈਂ ਰਹਿੰਦਾ ਸਾਡੇ ਤਾਂ ਬਰਫ਼ ਬਹੁਤ ਪੈਂਦੀ ਹੈ। ਓਕੇ। ਔਰ ਬਰਫ਼ ਪੈਣ ਕਾਰਨ ਜਾਂ ਠੰਡ ਜ਼ਿਆਦਾ ਹੋਣ ਕਰਕੇ ਇਹ ਨਜ਼ਾਰਾ ਤਾਂ ਅਸੀਂ ਮਤਲਬ ਜਿਹੜੇ ਸਾਡੇ ਕਮਿਊਨਿਟੀ ਹਾਲ ਬਣੇ ਹੋਏ ਨੇ, ਜਿਹੜੇ ਆਪਣੀ ਸਾਂਝੀ ਥਾਂ ਬਣਾਈ ਹੋਈ, ਉੱਥੇ ਜਾਈਦਾ ਕਈ ਵਾਰੀ, ਮਤਲਬ ਬਾਬੇ ਆਪਣੇ ਬਜ਼ੁਰਗ ਜਿਹੜੇ ਬੈਠੇ ਉਹ ਪੂਰੀ ਆਪਣੀ 7 ਤਰ੍ਹਾਂ ਤਾਸ਼ ਹੀ ਖੇਡ ਰਹੇ ਹੁੰਦੇ ਨੇ ਔਰ ਆਪਦਾ ਪੂਰਾ ਇੰਜੋਏ ਕਰਦੇ ਨੇ। ਜੀ ਪਰ ਕੰਮਾਂ ਕਾਰਾਂ ਕਰਕੇ ਹੁਣ ਤੁਹਾਨੂੰ ਨੌਜਵਾਨ ਪੀੜ੍ਹੀ ਜਾਂ ਮਤਲਬ ਬਜ਼ੁਰਗਾਂ ਤੋਂ ਬਗੈਰ ਤੁਹਾਨੂੰ ਇਹ ਥਾਂ ਨਹੀਂ ਮਿਲੂਗੀ ਵੀ ਹਾਂ ਵੀ ਅਸੀਂ ਉੱਥੇ ਉਹ ਤਾਸ਼ ਖੇਡ ਰਹੇ ਨੇ, ਜਾਂ ਮਤਲਬ ਸ਼ਹਿਰ ਦੇ ਵਿੱਚ ਤਾਂ ਪਤਾ ਹੀ ਹੈ ਤੁਹਾਨੂੰ ਵੀ ਕੋਈ ਠੰਡ ਹੋਣ ਕਰਕੇ ਤੁਹਾਨੂੰ ਰੋਡ 'ਤੇ ਬੰਦਾ ਨਹੀਂ ਮਿਲੂਗਾ। ਓਕੇ। ਜਦੋਂ ਗਰਮੀ ਹੁੰਦੀ ਉਦੋਂ ਚਹਿਲ ਪਹਿਲ ਹੁੰਦੀ ਹੈ, ਸੈਰ ਕਰਦੇ ਨੇ ਲੋਕ, ਰੋਡ ਤੇ ਤੁਰਦੇ ਫਿਰਦੇ ਤੁਹਾਨੂੰ ਦਿਸਣਗੇ, ਪਰ ਠੰਡ ਜ਼ਿਆਦਾ ਹੋਣ ਕਰਕੇ ਪ੍ਰੋਬਲਮ ਆਉਂਦੀ ਹੈ ਵੀ ਲੋਕ ਤੁਹਾਨੂੰ ਘੱਟ ਮਿਲਦੇ। ਜਦੋਂ ਵਿਆਹ ਸ਼ਾਦੀ ਹੁੰਦੀ ਆ ਉੱਥੇ ਹੈ ਨਾ, ਜੇ ਪੰਜਾਬ 'ਚ ਹੁੰਦੀ ਵਿਆਹ ਸ਼ਾਦੀ, ਕਿਤੇ ਘੜੋਲੀਆਂ ਭਰੀਆਂ ਦੇ ਭੰਗੜੇ ਪੈਂਦੇ ਹੈ ਨਾ, ਉੱਥੇ ਵੀ ਪੰਜਾਬੀਆਂ ਨੇ ਕੋਈ ਮਾਹੌਲ ਬਣਾਇਆ, ਜਾਂ ਉਹ ਚੀਜ਼ ਨੂੰ ਬੰਦਾ ਹਮੇਸ਼ਾ ਕੋਸਦਾ ਹੀ ਰਹਿ ਜਾਂਦਾ ਜੇ ਪੰਜਾਬ 'ਚ ਸ਼ਾਦੀ ਕਰਦੇ ਤਾਂ ਇੱਦਾਂ ਹੁੰਦਾ? ਕੀ ਕਹਿੰਦੇ ਹੋ ਤੁਸੀਂ? ਦੇਖੋ ਜੀ, 1-2 ਵਿਆਹਾਂ 'ਚ ਜਾਣ ਦਾ ਮੌਕਾ ਮਿਲਿਆ, ਕਿਉਂਕਿ ਆਪਣੀ ਜ਼ਿਆਦਾ ਰਿਸ਼ਤੇਦਾਰੀਆਂ ਨਾ ਹੋਣ ਕਰਕੇ ਕਦੇ ਵਿਆਹਾਂ ਦਾ ਮੌਕਾ ਨਹੀਂ ਮਿਲਿਆ। ਓਕੇ। 1-2 ਮੇਰੇ ਫਰੈਂਡ ਸੀਗੇ, ਉਹਨਾਂ ਦੀ ਫੈਮਿਲੀ ਦੇ ਵਿੱਚ ਫੰਕਸ਼ਨ ਆਏ ਸੀਗੇ, ਤਾਂ ਮੈਨੂੰ ਜਾਣ ਦਾ ਮੌਕਾ ਮਿਲਿਆ। ਤਾਂ ਮੇਰਾ ਫਿਰ ਉਹੀ ਜਵਾਬ ਹੈ ਵੀ ਠੰਡ ਜ਼ਿਆਦਾ ਹੋਣ ਕਰਕੇ ਜਿਹੜੇ ਸਾਡੇ ਜਿੰਨੇ ਵੀ ਆਪਣੇ ਫੰਕਸ਼ਨ ਹੁੰਦੇ ਨੇ, ਚਾਹੇ ਘੜੋਲੀ ਭਰਨੀ ਹੈ, ਚਾਹੇ ਕੋਈ ਆਪਾਂ ਵਿਆਹ ਦੇ ਨਾਲ ਰਿਲੇਟਡ ਹੋਰ ਕੋਈ ਆਪਣੀ ਰੀਤੀ ਰਿਵਾਜ ਹੁੰਦੇ ਨੇ, ਉਹ ਹਾਲ ਦੇ ਅੰਦਰ ਹੀ ਕੰਪਲੀਟ ਕਰਨੇ ਪੈਂਦੇ ਨੇ। ਵੀ ਇਹ ਨਹੀਂ ਆਪਣੇ ਵੀ ਆਪਾਂ ਜਾਗੋ ਕੱਢੀ ਅਤੇ ਪੂਰਾ ਪਿੰਡ ਆਪਾਂ ਇੱਥੇ ਘੁੰਮਦੇ ਹਾਂ, ਅਤੇ ਘੜੋਲੀ ਹੈ ਤਾਂ ਘੜੋਲੀ 'ਤੇ ਕਿੰਨਾ ਰੌਣਕ ਮੇਲਾ ਲੱਗਦਾ ਹੈ, ਮਤਲਬ ਸੋ ਹਾਂ ਇੱਥੋਂ ਦੇ ਵਿਆਹ ਤਾਂ ਵਿਆਹ ਹੀ ਨੇ, ਉੱਥੇ ਤਾਂ ਇੱਕ ਟਾਈਮ ਪਾਸ ਵਾਲਾ ਕੰਮ ਹੀ ਹੋ ਜਾਂਦਾ। ਗਿਣਤੀ ਦੇ ਬੰਦੇ ਹੁੰਦੇ ਨੇ, ਆਪਣੇ ਤਾਂ ਮਤਲਬ ਤੁਹਾਨੂੰ ਪਤਾ ਹੀ ਵਿਆਹ ਮੇਲੇ ਵਰਗੇ ਵਿਆਹ ਹੁੰਦੇ ਨੇ ਇੱਥੇ। ਉੱਥੇ ਗਿਣਤੀ ਦੇ ਤੁਹਾਨੂੰ 100 ਨਹੀਂ 150 ਬੰਦਾ ਹੋਊਗਾ, ਏਡੇ ਏਡੇ ਸਾਡੇ ਹਾਲ ਬਣੇ ਨੇ ਉੱਥੇ। ਕੋਈ ਇਹ ਨਹੀਂ
ਵੀ ਵੱਡੇ ਵੱਡੀਆਂ ਪਾਰਕਾਂ ਹੈਗੀਆਂ ਜੀ, ਟੈਂਟ ਲੱਗੇ ਆ, ਸ਼ਮਿਆਨੇ ਲੱਗੇ ਆ, ਹਾਲ ਦੇ ਅੰਦਰ ਹੀ ਹੈ ਜੋ ਕੁਝ ਹੈਗਾ। ਤੇ ਜਦੋਂ ਫਿਰ ਯਾਦ ਆਉਂਦੀ ਹੈ ਇੱਧਰੋਂ ਦੀ ਤਾਂ ਉਦੋਂ ਕਿਵੇਂ ਬੀਤਦੀ ਹੈ? ਸੱਚ ਦੱਸਿਓ ਜੀ ਦਿਲ ਤੋਂ। ਫਿਰ ਰੋ ਕੇ ਟਾਈਮ ਟਪਾ ਲਈਦਾ ਜੀ, ਉਹਦੇ 'ਚ ਤਾਂ ਕੀ ਹੈ, ਮਨ ਨਹੀਂ, ਖਰਾਬ ਹੁੰਦਾ। ਜਿਹੜੇ ਮੇਰੇ ਰਿਲੇਸ਼ਨ 'ਚ ਸੱਜਣ ਮਿੱਤਰ ਗਏ ਆ ਉੱਥੇ, ਉਹ ਮਤਲਬ ਕਿ ਉਹ ਗੱਲ ਹਮੇਸ਼ਾ ਪੈਸੇ ਦੀ ਕਰਦੇ ਆ, ਹਨਾ ਵੀ ਇੱਧਰ ਬੰਦਾ ਜੇ 1000 ਕਮਾਉਂਦਾ ਤਾਂ ਉਹ ਕੋਈ ਕਹਿੰਦਾ ਮੈਂ 10,000 ਕਮਾਉਂਦਾ, ਕੋਈ ਕਹਿੰਦਾ ਮੈਂ 15, ਹਰੇਕ ਚੀਜ਼ ਪੈਸਾ ਤਾਂ ਨਹੀਂ ਨਾ। ਦੇਖੋ ਜੀ, ਪੈਸੇ ਦੀ ਹੁਣ ਤੁਸੀਂ ਘਰੇ ਬੈਠੇ ਜੇ ਆਪਾਂ ਨੂੰ ਕੋਈ ਇਹ ਤਾਂ ਹੈ ਨਹੀਂ ਵੀ ਇੱਥੇ ਆਪਣੇ ਕੋਲ ਰੋਟੀ ਨਹੀਂ ਸੀ ਜਾਂ ਪੈਸਾ ਨਹੀਂ। ਚਲੋ ਮੈਂ ਤਾਂ ਅੱਜ ਵੀ ਕਹਿੰਦਾ ਵੀ ਮੈਨੂੰ ਤਾਂ ਸ਼ਾਇਦ ਅੰਜਲੀ ਖਿੱਚ ਕੇ ਲੈ ਗਿਆ, ਮੇਰਾ ਤਾਂ ਕੋਈ ਉੱਥੇ ਕੋਈ ਪਲਾਨ ਵੀ ਨਹੀਂ ਸੀਗਾ ਜਾਣ ਦਾ। ਬਟ ਪੈਸਾ ਮੁੱਖ ਨਹੀਂ ਹੁੰਦਾ, ਮੁੱਖ ਤੁਹਾਡੀ ਰਿਸ਼ਤੇਦਾਰੀਆਂ ਜਾਂ ਤੁਹਾਡੀ ਲਾਈਫ ਜਾਂ ਤੁਹਾਡਾ ਭਾਈਚਾਰਾ ਮੁੱਖ ਹੁੰਦਾ। ਜੀ ਜੀ। ਤੇ ਪੈਸਾ ਤਾਂ ਦੇਖੋ ਜਿਹੜਾ ਇੱਥੇ ਮਿਹਨਤ ਕਰਦਾ ਉਹਨੂੰ ਵੀ ਕੋਈ ਕਮੀ ਨਹੀਂ ਹੈ, ਤੇ ਜਿਹੜਾ ਉੱਥੇ ਮਿਹਨਤ ਕਰਦਾ ਉਹਨੂੰ ਵੀ ਕੋਈ ਕਮੀ ਨਹੀਂ ਹੈ। ਜੀ ਜੀ। ਤਾਂ ਇਹ ਤਾਂ ਮਿਹਨਤ ਤੇ ਹੀ ਹੈ। ਵਾਤਾਵਰਨ ਨੂੰ ਕਿਵੇਂ ਲੈਂਦੇ ਹੋ? ਜਿਵੇਂ ਇੱਥੇ ਧੂੜ ਘੱਟਾ ਮਿੱਟੀ, ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਜਿਹੜੇ ਇੱਕ ਵਾਰ ਬਾਜ਼ਾਰ ਨਿਕਲ ਜਾਓ ਤੁਸੀਂ, ਹਨਾ, ਜਾਂ ਕਿਤੇ ਹੋਰ ਆਪਾਂ ਜਾਣਾ ਕਿਤੇ ਪ੍ਰੋਗਰਾਮ ਤੇ, ਤਾਂ ਮੇਲੇ ਤੇ ਲਾ ਲਓ ਤੁਸੀਂ, ਆਪਾਂ ਜਾਂਦੇ ਆ ਤਾਂ ਉਹ ਜਿਹੜੀਆਂ ਚੀਜ਼ਾਂ ਉੱਥੇ ਉਹਨੂੰ ਵੀ ਕੋਈ ਮੇਨਟੇਨ ਰੱਖਿਆ ਹੈਗਾ ਸਰਕਾਰ ਵੱਲੋਂ, ਜਾਂ ਕੋਈ ਕਿੱਦਾਂ ਦਾ ਉਹਦੇ 'ਚ ਕੀ ਹੈ, ਇੱਧਰੋਂ ਉੱਧਰੋਂ ਦਾ ਕੀ ਡਿਫਰੈਂਸ ਹੈ ਆਪਣੇ 'ਚ? ਦੇਖੋ ਜੀ, ਪੋਲਿਊਸ਼ਨ ਤਾਂ ਉੱਥੇ 0% ਹੀ ਹੈ। ਪੋਲਿਊਸ਼ਨ ਨਾਂ ਦੀ ਤਾਂ ਚੀਜ਼ ਹੀ ਹੈ ਨਹੀਂ ਗੀ। ਓਕੇ। ਮਤਲਬ ਤੁਸੀਂ ਜੇ ਇੱਥੇ ਆਪਾਂ ਨੂੰ ਕਹਿ ਦਿੰਦੇ ਵੀ ਅੱਜ ਅਸਮਾਨ ਥੋੜਾ ਜਿਹਾ ਸਾਫ਼ ਹੈ ਤੇ ਕਿਲੋਮੀਟਰ ਦਿਸਦਾ, ਉੱਥੇ 15-16 ਕਿਲੋਮੀਟਰ ਦੀ ਤਾਂ ਆਮ ਵਿਜ਼ਿਬਿਲਟੀ ਹੈਗੀ ਹੈ। ਓਕੇ ਓਕੇ। ਧੂੰਆਂ ਹੈ ਨਹੀਂਗਾ ਕੋਈ। ਮਤਲਬ ਜੇ ਉੱਥੇ ਸਾਡੀ ਜਿਸ ਸ਼ਹਿਰ 'ਚ ਮੈਂ ਰਹਿਣਾ ਉਹ ਆਇਲ ਸਿਟੀ ਹੈ। ਜੀ ਜੀ। ਤਾਂ ਉੱਥੇ ਸਭ ਤੋਂ ਜ਼ਿਆਦਾ ਰਿਫਾਈਨਰੀਆਂ ਸਾਡੇ ਸਿਟੀ 'ਚ ਲੱਗੀਆਂ ਹੋਈਆਂ ਨੇ। ਕਿੱਥੇ ਰਹਿੰਦੇ ਤੁਸੀਂ? ਮੈਂ ਅਲਬਰਟਾ ਸਾਡੀ ਸਟੇਟ ਹੈ ਜੀ, ਤੇ ਐਡਮਿੰਟਨ ਉਹਦੀ ਕੈਪੀਟਲ ਦੇ ਵਿੱਚ ਰਹਿਣਾ ਮੈਂ। ਓਕੇ ਓਕੇ। ਤੇ ਐਡਮਿੰਟਨ ਦੇ ਵਿੱਚ ਕਾਫੀ ਰਿਫਾਈਨਰੀਆਂ ਨੇ। ਜੀ ਜੀ। ਔਰ ਮੇਰੇ ਘਰ ਤੋਂ ਜ਼ਿਆਦਾ ਨਹੀਂ ਹੋਊਗਾ ਤਾਂ 4 ਨਹੀਂ 5 ਕਿਲੋਮੀਟਰ ਤੇ ਹੋਣਗੀਆਂ। ਜੀ ਜੀ। ਪਰ ਮੈਨੂੰ ਕਦੇ ਇਹ ਜੀ ਕੋਈ ਪ੍ਰੋਬਲਮ ਨਹੀਂ ਆਈ ਵੀ ਅੱਜ ਸਾਡੇ ਸ਼ਹਿਰ 'ਚ ਧੂੰਆਂ ਬਹੁਤ ਚੜਿਆ। ਹਾਂ, ਜਦੋਂ ਕਈ ਵਾਰੀ ਸਮਾਂ ਹੁੰਦਾ ਜੰਗਲ ਦੇ ਵਿੱਚ, ਕਿਉਂਕਿ ਅਲਬਰਟਾ ਦੇ ਵਿੱਚ ਜੰਗਲ ਬਹੁਤ ਨੇ। ਜੀ ਜੀ। ਔਰ ਕੈਨੇਡਾ 'ਚ ਹੀ ਜੰਗਲ ਬਹੁਤ ਹੈ। ਓਕੇ। ਤੇ ਜਦੋਂ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ, ਉਹਨੂੰ ਬੁਝਾਉਣਾ ਵੀ ਬਹੁਤ ਮੁਸ਼ਕਿਲ ਹੁੰਦਾ, ਕਈ ਦਿਨ ਲੱਗ ਜਾਂਦੇ ਨੇ। ਉਹ ਤਾਂ ਪ੍ਰਮਾਤਮਾ ਦੀ ਕਿਰਪਾ ਹੁੰਦੀ, ਮੀਂਹ ਪੈਂਦੇ ਆ ਤਾਂ ਛੇਤੀ ਹੈ, ਨਹੀਂ ਤਾਂ ਫਾਇਰ ਬ੍ਰਿਗੇਡ ਦਾ ਜੋ ਵੀ ਉਹਨਾਂ ਦੀ ਹੁੰਦਾ ਉਹ ਬਹੁਤ ਮੁਸ਼ਕਿਲ ਹੁੰਦਾ। ਤਾਂ ਉਦੋਂ ਸਮੋਕ ਵਗੈਰਾ ਆ ਜਾਂਦੀ ਹੈ, ਪਰ ਆਉਂਦੀ ਵੀ ਕਾਫੀ ਮਾਤਰਾ 'ਚ। ਇਹ ਨਹੀਂ ਵੀ ਆਉਂਦੀ ਨਹੀਂ, ਬਟ ਉਵੇਂ ਪਬਲਿਕ ਵੱਲੋਂ ਜਾਂ ਗੌਰਮੈਂਟ ਵੱਲੋਂ ਤਾਂ ਇੰਨੇ ਕੁ ਇਸ ਚੀਜ਼ ਤੋਂ ਸੁਚੇਤ ਨੇ ਵੀ ਉਹ ਨਾ ਤਾਂ ਗੰਦਗੀ ਪਾਉਂਦੇ ਨੇ ਉੱਥੇ ਲੋਕ, ਤੇ ਨਾ ਹੀ ਕੋਈ ਪੋਲਿਊਸ਼ਨ ਨਾਂ ਦੀ ਚੀਜ਼ ਹੈਗੀ ਹੈ। ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਸ਼ਿਫਟ ਹੋਇਆ ਨੂੰ? ਮੈਂ 2012 'ਚ ਮਾਰਚ 'ਚ ਇੱਥੋਂ ਚਲੇ ਗਿਆ ਸੀ ਵਿਦ ਫੈਮਿਲੀ ਆਪਦੀ। ਜੀ ਜੀ। ਤਾਂ 10 ਸਾਲ ਹੋ ਗਏ ਜੀ ਮੈਨੂੰ ਉੱਥੇ। ਇੱਕ ਰਾਜ ਕੁਮਾਰ ਜੀ, ਹੋਰ ਜਿਹੜੀ ਅਹਿਮ ਇਸ ਟਾਈਮ ਮੁੱਦਾ ਵੀ ਬਣੀ ਹੈ, ਗੱਲ ਵੀ ਹੈ ਕਿ ਇੱਧਰੋਂ ਲੋਕ ਉਧਰ ਕੁੜੀ ਉਧਰੋਂ ਵਿਆਹ ਕਰਾ ਕੇ ਇੱਧਰੋਂ ਚਲੇ ਜਾਂਦੇ ਆ, ਪਰ ਉਹ ਜ਼ਿਆਦਾ ਜਿਹੜੇ ਆ ਉਹਦੇ ਵਿੱਚ ਘਪਲੇਬਾਜ਼ੀਆਂ, ਧੋਖੇਬਾਜ਼ੀਆਂ, ਹਨਾ, ਉਹਦੇ ਬਾਰੇ ਤੁਸੀਂ ਜਿਹੜੀ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ, ਚਾਹੇ ਕੁੜੀਆਂ ਚਾਹੇ ਮੁੰਡੇ ਹੈ, ਤੁਹਾਡੇ ਵੱਲੋਂ, ਕਿਉਂਕਿ ਤੁਹਾਡਾ ਉੱਥੇ ਇੱਕ ਤਜਰਬਾ ਕਹਿ ਰਹੇ ਹੋ, ਇੰਨੇ ਸਾਲ ਤੁਸੀਂ ਰਹਿ ਰਹੇ ਹੋ, ਤੁਹਾਡਾ ਉਹਨਾਂ ਨੂੰ ਕੀ ਮੈਸੇਜ ਹੈ? ਮੇਰਾ ਇਹ ਸਾਰਿਆਂ ਨੂੰ ਇਹੀ ਹੈ ਰਿਕੁਐਸਟ ਵੀ ਤੁਸੀਂ ਸਹੀ ਤਰੀਕੇ ਨਾਲ ਜਾਓ ਉੱਥੇ। ਕੋਈ ਮਤਲਬ ਸੌਦੇਬਾਜ਼ੀ ਜਾਂ ਤੁਸੀਂ ਕੋਈ ਗਲਤ ਤਰੀਕਾ ਨਾ ਅਪਣਾਓ, ਕਿਉਂਕਿ ਗਵਰਨਮੈਂਟ ਬਹੁਤ ਵਧੀਆ ਹੈਗੀ। ਉਹ ਤੁਹਾਡੀ ਪੜ੍ਹਾਈ ਦੀ ਤੁਹਾਡੀ ਕਦਰ ਕਰਦੀ ਹੈ। ਜੀ ਜੀ। ਤਾਂ ਤੁਸੀਂ ਆਪਦੀ ਆਈਲੈਟਸ ਕਰੋ। ਜੇ ਸਟੂਡੈਂਟ ਜਾਣਾ ਤਾਂ ਵੀ ਵਧੀਆ ਨੰਬਰ ਲਓ ਤੇ ਤੁਹਾਨੂੰ ਆਪਦਾ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ। ਜੇ ਤੁਸੀਂ ਮੈਰਿਜ ਵੀ ਕਰਾਉਂਦੇ ਜੇ ਤਾਂ ਤੁਸੀਂ ਆਪਾਂ ਪਹਿਲਾਂ ਆਪਦਾ ਵੇਖ ਕੇ ਸਾਰਾ ਕੁਝ ਕਰਕੇ ਤੇ ਰਿਸ਼ਤੇਦਾਰ ਕੀ ਆਪਾਂ ਕਿਸ ਘਰ 'ਚ ਰਿਸ਼ਤੇਦਾਰੀ ਕਰ ਰਹੇ ਹਾਂ, ਕੌਣ ਕਿਵੇਂ ਹੈ, ਜੀ ਜੀ, ਤਾਂ ਉਸ ਤਰੀਕੇ ਨਾਲ ਵੀ। ਸਭ ਤੋਂ ਵੱਡੀ ਗੱਲ ਵੀ ਸੌਦੇਬਾਜ਼ੀ ਨਾ ਕਰੋ ਵੀ ਹਾਂਜੀ ਅਸੀਂ ਇੰਨੇ ਪੈਸੇ ਲਾਤੇ ਤੇ ਤੁਹਾਡੀ ਕੁੜੀ ਬਾਹਰ ਚਲੀ ਜਾਊਗੀ ਤਾਂ ਬਾਅਦ 'ਚ ਸਾਡਾ ਮੁੰਡਾ ਲੈ ਜੇ। ਉਸ ਨੂੰ ਮੈਂ ਰਿਸ਼ਤੇਦਾਰੀ ਵੀ ਨਹੀਂ ਮੰਨਦਾ। ਉਹ ਤਾਂ ਇੱਕ ਆਪਾਂ ਸ਼ੁਰੂ ਤੋਂ ਹੀ ਜਿਹੜਾ ਉਹ ਰਿਸ਼ਤਾ ਹੈ ਉਹ ਇੱਕ ਸੌਦੇਬਾਜ਼ੀ ਵਾਲਾ ਰਿਸ਼ਤਾ ਹੈ। ਮਤਲਬ ਵੇਚ ਰਹੇ ਆ ਆਪਾਂ ਰਿਸ਼ਤੇ ਨੂੰ। ਹਾਂਜੀ, ਤੇ ਮੈਂ ਮੰਨਦਾ ਨਹੀਂ ਵੀ ਜਦੋਂ ਆਪਾਂ ਸੌਦੇਬਾਜ਼ੀ ਕਰਦੇ ਹਾਂ ਤੇ ਆਪਣਾ ਉਹ ਰਿਸ਼ਤੇ ਦੇ ਵਿੱਚ ਕੋਈ ਰਿਸ਼ਤੇਦਾਰੀ ਵਾਲਾ ਵਜਨ ਰਹਿ ਜਾਂਦਾ। ਉਹ ਪਹਿਲਾਂ ਹੀ ਰਿਸ਼ਤੇ ਮਤਲਬ ਇੱਕ ਸੌਦੇਬਾਜ਼ੀ ਹੋ ਗਈ। ਜੀ ਜੀ ਜੀ। ਤਾਂ ਉਹਦੇ ਵਿੱਚੋਂ ਜੇ ਦੇਖੋ 4 ਸਿਰੇ ਵੀ ਚੜ੍ਹ ਗਈਆਂ ਔਰ 96 ਫੇਲ ਹੋ ਜਾਂਦੀਆਂ ਤਾਂ ਤੁਸੀਂ ਇੱਕ ਰੇਸ਼ੋ ਨੂੰ ਮੰਨ ਸਕਦੇ ਜੇ ਵੀ ਇਹ ਤਰੀਕਾ ਗਲਤ ਹੈ ਜਾਂ ਸਹੀ ਹੈ। ਮੇਰੇ ਹਿਸਾਬ ਨਾਲ ਤੁਹਾਨੂੰ ਸਿੱਧੇ ਤਰੀਕੇ ਨਾਲ ਆਪਦੀ ਐਜੂਕੇਸ਼ਨ ਦੇ ਬੇਸ ਤੇ ਜਾਂ ਆਪਦੀ ਕਾਬਲੀਅਤ ਦੇ ਬੇਸ ਤੇ ਆਪਦੀ ਫਾਈਲ ਲਾਣੀ ਚਾਹੀਦੀ ਔਰ ਉਸ ਤਰੀਕੇ ਨਾਲ ਤੁਹਾਨੂੰ ਬਾਹਰ ਜਾਣਾ ਚਾਹੀਦਾ ਵੈਸੇ। ਦੇਖੋ ਮੇਰੇ ਹਿਸਾਬ ਨਾਲ ਜੇ ਤੁਸੀਂ ਇਹ ਤਾਂ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਲਾਈਕ ਕਰਦੇ ਤਾਂ ਤੁਹਾਨੂੰ ਜਾਣਾ ਚਾਹੀਦਾ। ਵਧੀਆ ਦੇਸ਼ ਵਧੀਆ ਹੈਗਾ, ਉਹ ਦੇਖਣ ਵਾਲਾ ਹੈ। ਓਕੇ ਓਕੇ। ਤੁਹਾਡਾ ਦਿਲ ਲੱਗਦਾ ਤੁਸੀਂ ਰਹੋ, ਨਹੀਂ ਦਿਲ ਲੱਗਦਾ ਤੁਸੀਂ ਵਾਪਸ ਆ ਜਾਓ। ਜੀ ਜੀ। ਪਰ ਤੁਹਾਨੂੰ ਓਪਰਚੁਨਿਟੀ ਜੇ ਤੁਹਾਨੂੰ ਮਿਲਦੀ ਹੈ ਤਾਂ ਮੇਰੇ ਹਿਸਾਬ ਨਾਲ ਇੱਕ ਵਾਰੀ ਜ਼ਰੂਰ ਲੈਣੀ ਚਾਹੀਦੀ ਹੈ। ਜੀ ਜੀ। ਹਾਂਜੀ। ਜਿੱਦਾਂ ਇੱਥੇ ਜਦੋਂ ਤੁਸੀਂ ਆਏ ਹੋ, ਹੁਣ ਤੁਸੀਂ ਆਏ ਹੋ, ਅਸੀਂ ਆ ਗਏ 10 ਜਣੇ, ਹਨਾ, ਮਤਲਬ ਇਕੱਠੇ ਹੋ ਗਏ 8 ਜਣੇ,
ਫਿਰ ਮਹਿਫਲ ਲੱਗ ਜਾਂਦੀ ਹੈ ਨਾ, ਮਹਿਫਲਾਂ ਵਿੱਚ ਗਾਣੇ ਵਜਾਣੇ ਹੋ ਜਾਂਦੇ, ਕੀ ਉੱਥੇ ਵੀ ਚੱਲਦਾ? ਬਹੁਤ ਰੇਅਰ ਹੁੰਦਾ ਜੀ, ਜਦੋਂ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਤਾਂ ਕੋਈ ਭੈਣ ਭਰਾ ਘਰੇ ਆ ਗਏ, ਜੋ ਕੋਈ ਚਾਰ ਰਿਸ਼ਤੇਦਾਰ ਆ ਗਏ ਤਾਂ ਆਪਦੀ ਬੇਸਮੈਂਟ 'ਚ ਬਹਿ ਕੇ ਸਾਰਾ ਕੁਝ ਕਰ ਲਈਦਾ ਜੀ। ਪਰ ਇਹ ਹੈ ਵੀ ਹੁਣ ਬਾਹਰ ਓਪਨ 'ਚ ਅਸੀਂ ਕੁਝ ਨਹੀਂ ਕਰ ਸਕਦੇ ਵੀ ਆਪਾਂ ਉਹਦੇ ਵਿਹੜੇ 'ਚ ਜਾ ਕੇ ਹੁਣ। ਮਤਲਬ ਮੋਟਰ ਵਾਲਾ ਕੰਮ ਨਹੀਂ ਵੀ ਉੱਥੇ ਦੇਸੀ ਲਾ ਲਈ ਜਾਂ ਕਿੱਦਾਂ, ਹਨਾ, ਉਹ ਨਹੀਂ ਗਿਆ ਉੱਥੇ? ਨਹੀਂ, ਉਹ ਤਾਂ ਹਾਂਜੀ, ਉਹ ਤਾਂ ਉਹ ਨਹੀਂ ਹੈ। ਬਸ ਉਹ ਅੰਦਰ ਅੰਦਰ ਹੀ ਹੈ ਜੋ ਹੈ ਜੀ। ਹਾਂਜੀ। ਨਹੀਂ, ਜਿੱਦਾਂ ਹੁਣ ਤੁਸੀਂ ਆਏ ਹੋ ਇੱਥੇ, ਹਨਾ, ਅਸੀਂ ਆ ਗਏ ਤੁਹਾਡੇ ਕੋਲੇ, ਜਿਵੇਂ ਤੁਸੀਂ ਅੱਜ ਮਹਿਸੂਸ ਕਰ ਰਹੇ ਹੋ, ਉੱਥੇ ਵੀ ਕਦੇ ਮੌਕਾ ਤੁਹਾਨੂੰ ਇਦਾਂ ਦਾ ਮਿਲਿਆ ਵੀ ਤੁਸੀਂ ਇਦਾਂ ਮਹਿਸੂਸ ਕੀਤਾ ਹੋਵੇ ਵੀ ਇੱਕ ਜਿਵੇਂ ਬੰਦੇ ਨੂੰ ਐਂ ਲੱਗਦਾ ਵੀ ਵਾਕਈ ਮੈਂ ਆਦੇ ਦੇਸ਼ 'ਚ ਵਤਨ 'ਚ ਬੈਠਾ ਤੇ ਮੇਰੇ ਯਾਰ ਬੇਲੀ ਇੱਥੇ ਜਿੱਦਾਂ ਦੇ ਆ, ਉੱਥੇ ਵੀ ਕੋਈ ਇਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਕਦੇ? ਦੇਖੋ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਵੀ ਸਾਰੀ ਜਿਹੜਾ ਬਚਪਨ ਸੀ ਜਾਂ ਜਵਾਨੀ ਵਾਲਾ ਟਾਈਮ ਜਿਹਨੂੰ ਆਪਾਂ ਕਹਿੰਦੇ ਆ ਵੀ 35 ਕੁ ਸਾਲ ਤੱਕ, ਜਿਹੜੀ ਉਹ ਤਾਂ ਸਾਰਾ ਸਮਾਂ ਇੱਧਰ ਟੱਪ ਗਿਆ। ਯਾਰ ਬੇਲੀ ਤਾਂ ਸਾਰੇ ਇੱਧਰ ਹੀ ਰਹਿ ਗਏ ਜੀ ਜੀ। ਹੁਣ ਜਿਹੜੇ ਉਧਰ ਯਾਰ ਬੇਲੀ ਨੇ, ਉਹ ਯਾਰ ਬੇਲੀ ਇਹ ਵੀ ਜਿੰਨਾ ਕੋਈ ਕਿਸੇ ਕੋਲ ਟਾਈਮ ਹੁੰਦਾ ਜੀ ਜੀ, ਉਹਨਾਂ ਕੋਲ ਟਾਈਮ ਦਿੰਦੇ, ਬਟ ਸਾਰੇ ਕੰਮ ਵੀ ਕਰਨਾ ਪੈਂਦਾ, ਸਾਰੇ ਬਿਜੀ ਹੋਣ ਕਰਕੇ ਮਤਲਬ ਆਪਾਂ ਇੱਧਰ ਵਾਲਾ ਮਾਹੌਲ ਜਾਂ ਜਿਹਨੂੰ ਕਹਿ ਦਿੰਦੇ ਵੀ ਉਹ ਆਪਣਾਪਨ ਨਹੀਂ ਮਿਲਦਾ। ਜੀ ਜੀ। ਜੇ ਮੈਂ ਤੁਹਾਨੂੰ ਫੋਨ ਕੀਤਾ ਵੀ ਤੁਸੀਂ 4 ਜਣੇ ਆ ਗਏ, ਬਟ ਉੱਥੇ ਉਹ ਚੀਜ਼ ਨਹੀਂ ਹੈਗੀ। ਓਕੇ ਓਕੇ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਦੇਵ ਲਾਈਵ ਰੇਡੀਓ ਦੇ ਵੱਲੋਂ, ਕਰੋ ਆਸਰਾ NGO ਦੇ ਵੱਲੋਂ, ਸਾਰੇ ਹੀ ਜਿੰਨੇ ਵੀ ਸਾਡੀਆਂ ਛੋਟੀਆਂ ਵੱਡੀਆਂ ਭੈਣਾਂ, ਸਾਡੇ ਵੱਡੇ ਭਰਾ, ਸਾਡੇ ਬਜ਼ੁਰਗ ਦੇਖ ਰਹੇ ਨੇ, ਕਿਸਾਨੀ ਸੰਘਰਸ਼ ਦੇ ਵਿੱਚ ਜਦੋਂ ਇੱਕ ਬੜੀ ਵੱਡੀ ਭੀੜ ਕਿਸਾਨਾਂ ਦੇ ਪਈ, ਉਸ ਟਾਈਮ ਹਿੰਦੁਸਤਾਨ ਦੀਆਂ 549 ਕਿਸਾਨ ਜਥੇਬੰਦੀਆਂ, ਸਾਡੇ ਪੰਜਾਬ ਦੀਆਂ 32 ਜਥੇਬੰਦੀਆਂ ਨੇ ਇੱਕ ਪਲਾਨ ਕੀਤਾ, ਇੱਕ ਯੋਜਨਾ ਬਣਾਈ ਤੇ ਲੋਕਾਂ ਨੂੰ ਜਾਗਰੂਕ ਕੀਤਾ। ਟੋਲ ਪਲਾਜ਼ਾ ਮਾਮੂ ਜਈਆ ਤੇ ਕਿਸਾਨ ਆਗੂਆਂ ਨੇ ਆ ਕੇ ਆਵਾਜ਼ ਦਿੱਤੀ। ਗੁਰੂ ਹਰ ਸਾਹਿਬ ਦਾ ਸਾਰਾ ਇਲਾਕਾ, ਸਾਰੇ ਲੋਕ, ਚਾਹੇ ਉਹ ਕਿਸਾਨਾਂ ਦੇ ਛੋਟੇ ਬੱਚੇ ਸੀ, ਨੌਜਵਾਨ ਸੀ, ਬਜ਼ੁਰਗ ਸੀ, ਛੋਟੀਆਂ ਵੱਡੀਆਂ ਭੈਣਾਂ, ਜਗਤ ਜਨਨੀ ਮਮਤਾ ਦੀ ਮੂਰਤ ਭਗਤੀ ਸਰੂਪ ਸਾਡੀਆਂ ਇਹਨਾਂ ਬੀਬੀਆਂ ਭੈਣਾਂ ਮਾਵਾਂ ਨੇ ਦਿੱਲੀ ਦੇ ਟੀਕਰੀ ਬਾਰਡਰ 'ਤੇ, ਸਿੰਘੂ ਬਾਰਡਰ 'ਤੇ, ਗਾਜ਼ੀਪੁਰ ਬਾਰਡਰ 'ਤੇ, ਕੁੰਡਲੀ ਬਾਰਡਰ 'ਤੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ। ਔਰ ਇੱਕ ਹਫ਼ਤੇ ਤੋਂ ਬਾਅਦ ਦੂਜੇ ਹਫ਼ਤੇ 'ਚ ਵੈਨਾਂ, ਟਰੈਕਟਰ, ਟਰਾਲੀਆਂ ਸਮੇਂ-ਸਮੇਂ ਤੋਂ ਇੱਥੋਂ ਰਵਾਨਾ ਹੁੰਦੀਆਂ ਰਹੀਆਂ। ਤਾਂ ਉਹਨਾਂ ਸਾਰੇ ਕਿਸਾਨਾਂ ਨੂੰ ਜਦੋਂ ਹੁਣ ਮੋਦੀ ਸਰਕਾਰ ਨੇ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਇਹ ਅਨਾਊਂਸ ਕੀਤਾ ਕਿ ਮੈਂ ਖੇਤੀ ਤੇ ਬਣੇ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਂਦਾ, ਇਹਨਾਂ ਕਾਨੂੰਨਾਂ ਨੂੰ ਅਸੀਂ ਰੱਦ ਕਰਦੇ ਹਾਂ। ਵੇਖਦਿਆਂ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਰੱਦ ਹੋਏ, ਪਾਰਲੀਮੈਂਟ ਦੇ ਵਿੱਚ ਆਏ, ਪਾਰਲੀਮੈਂਟ ਤੋਂ ਪਾਸ ਹੋਏ, ਰਾਸ਼ਟਰਪਤੀ ਦੀ ਮੋਹਰ ਅਜੇ ਲੱਗਣੀ ਬਾਕੀ ਹੈ। ਬੜੀ ਖੁਸ਼ੀ ਹੋਈ। ਔਰ ਨਾਲ ਦੀ ਨਾਲ ਇੱਕ ਗਮ ਵੀ ਹੈ ਕਿ ਲਗਭਗ 650 ਪੌਣੇ 700 ਦੇ ਕਰੀਬ ਜਿਹੜਾ ਕਿਸਾਨ ਹੈ ਉਹ ਸ਼ਹਾਦਤਾਂ ਦੇ ਗਏ, ਇਸ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋ ਗਏ। ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਖਾਸ ਕਰਕੇ ਨਮਨ ਕਰਦੇ ਹਾਂ। ਨਾਲ ਹੀ ਸਭ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਵੀ ਦਰਜ ਕਰਦੇ ਹਾਂ ਕਿ ਤੁਸੀਂ ਸ਼ਹਾਦਤਾਂ ਦਿੱਤੀਆਂ ਤੇ ਖੇਤੀ ਤੇ ਬਣੇ ਤਿੰਨੋਂ ਕਾਲੇ ਕਾਨੂੰਨ ਰੱਦ ਹੋਏ। ਔਰ ਨਾਲ ਦੀ ਨਾਲ ਇੱਕ ਖਾਸ ਗੱਲ ਹੋਰ ਹੈ, ਟੋਲ ਪਲਾਜ਼ਾ ਮਾਮੂ ਜਈਆ ਤੋਂ ਵੀ 3 ਸ਼ਹਾਦਤਾਂ ਹੋਈਆਂ ਔਰ 3 ਕਿਸਾਨਾਂ ਦੀਆਂ ਇੱਥੇ ਵੀ ਜਾਨਾਂ ਇਸ ਕਿਸਾਨੀ ਸੰਘਰਸ਼ ਦੇ ਲਈ ਉਹਨਾਂ ਨੇ ਵਾਰੀਆਂ। ਜਿਵੇਂ ਜਿਵੇਂ ਇਹ ਕਿਸਾਨੀ ਸੰਘਰਸ਼ ਅੱਗੇ ਵਧਿਆ, ਮੇਰੇ ਵੀਰ ਜੀ ਰਾਜਕੁਮਾਰ ਜੀ ਬੈਠੇ ਨੇ, ਉਹਨਾਂ ਦੇ ਨਾਲ ਡਾਕਟਰ ਸੁਭਾਸ਼ ਜੀ ਬੈਠੇ ਨੇ, ਨਾਲ ਸੁਖਵਿੰਦਰ ਕੰਬੋਜ ਜੀ ਬੈਠੇ ਨੇ, ਔਰ ਇੱਧਰ ਜਸਪਾਲ ਹਾਂਡਾ ਜੀ ਬਹੁਤ ਹੀ ਰਿਸਪੈਕਟਡ ਪਰਸਨ ਨੇ। ਔਰ ਕਰੋ ਆਸਰਾ NGO ਕਿਸਾਨੀ ਘੋਲ ਦੇ ਵਾਸਤੇ, ਦੇਵ ਲਾਈਵ ਰੇਡੀਓ ਦੇ ਹਰੇਕ ਪ੍ਰੋਗਰਾਮ ਦੇ ਵਾਸਤੇ ਇਹਨਾਂ ਨੇ ਹਮੇਸ਼ਾ ਹੀ, ਚਾਹੇ ਦਿੱਲੀ ਦੇ ਵਿੱਚ ਕੈਂਡਲ ਮਾਰਚ ਹੋਇਆ, ਜਲਿਆਂਵਾਲੇ ਬਾਗ ਦੀ ਉਸ ਸ਼ਹੀਦਾਂ ਦੀ ਧਰਤੀ, ਗੁਰੂ ਰਾਮਦਾਸ ਦੀ ਨਗਰੀ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਉੱਥੇ ਸਟੈਚੂ ਲਗਾਇਆ ਗਿਆ ਸ਼ਹੀਦ ਊਧਮ ਸਿੰਘ ਜੀ ਦਾ, ਤਾਂ ਬਹੁਤ ਵੱਡਾ ਯੋਗਦਾਨ ਮੇਰੇ ਇਹ ਸਤਿਕਾਰਯੋਗ ਵੀਰ ਜੀ ਜਸਪਾਲ ਹਾਂਡਾ ਜੀ ਨੇ ਆਪਣਾ ਇੱਕ ਰੋਲ ਅਦਾ ਕੀਤਾ। ਔਰ ਨਾਲ ਸਾਡੇ ਅੰਕਲ ਹਰਬੰਸ ਲਾਲ ਜੀ, ਰਾਜਕੁਮਾਰ ਮੇਰੇ ਸੱਜੇ ਪਾਸੇ ਬੈਠੇ ਨੇ, ਇੱਧਰ ਅੰਕਲ ਹਰਬੰਸ ਲਾਲ ਜੀ ਬੈਠੇ ਨੇ, ਇਹਨਾਂ ਦੇ ਫਾਦਰ ਸਾਹਿਬ ਰਾਜਕੁਮਾਰ ਦੇ। ਔਰ ਹਰੇਕ ਚੰਗੇ ਕੰਮ ਦੇ ਵਾਸਤੇ ਕਦੀ ਵੀ ਇਹਨਾਂ ਦੇ
ਪਿਤਾ ਜੀ ਸ਼੍ਰੀ ਹਰਬੰਸ ਲਾਲ ਜੀ ਅਤੇ ਰਾਜ ਕੁਮਾਰ ਜੀ ਕਦੀ ਕਿਸੇ ਚੰਗੇ ਕੰਮ ਤੋਂ ਪਿੱਛੇ ਨਹੀਂ ਹਟੇ। ਨਾਲ ਸੁਖਦੇਵ ਰਾਜ ਜੀ ਬੱਟੀ, ਜਲਾਲਾਬਾਦ, ਚੰਡੀਗੜ੍ਹ, ਔਰ ਇਹਨਾਂ ਨੇ ਵੀ ਹਮੇਸ਼ਾ ਇਹਨਾਂ ਕੰਮਾਂ ਦੇ ਵਾਸਤੇ, ਕਰੋ ਆਸਰਾ NGO ਦੇ ਵਾਸਤੇ ਔਰ ਦੇਵ ਲਾਈਵ ਰੇਡੀਓ ਦੇ ਵਾਸਤੇ, ਕਿਸਾਨੀ ਸੰਘਰਸ਼ ਦੇ ਵਾਸਤੇ ਦਿੱਲੀ ਦੇ ਹਰੇਕ ਬਾਰਡਰ ਦੇ ਉੱਤੇ ਜਾ ਕੇ, ਔਰ ਸਾਮਾ ਸਾਹਿਬ ਸਾਡੇ ਐਡਵੋਕੇਟ ਸਾਹਿਬ, ਉਹਨਾਂ ਨੇ ਚੰਡੀਗੜ੍ਹ ਤੋਂ ਆ ਕੇ ਬੌਬੀ ਕੰਬੋਜ ਜੀ, ਪੰਮਾ ਜੀ ਔਰ ਜੋਗਿੰਦਰ ਭਾਟਾ ਜੀ, ਬਬਲਾ ਜੀ, ਮਾਸਟਰ ਅਨੀਸ਼ ਜੀ, ਇਹਨਾਂ ਸਾਰੇ ਸਾਥੀਆਂ ਨੇ ਉੱਥੇ ਕਿੰਨੂਆਂ ਦੇ ਟਰੱਕ ਭਰ ਭਰ ਕੇ ਵੀ ਲਿਜਾ ਕੇ ਦਿੱਲੀ ਦੇ ਟੀਕਰੀ ਬਾਰਡਰਾਂ 'ਤੇ ਵੰਡੇ। ਔਰ ਦਿੱਲੀ ਦੇ ਪ੍ਰਿੰਟਿੰਗ ਪ੍ਰੈਸ ਤੋਂ ਉਹ ਇੱਕ ਕਪਲ ਆਇਆ ਸੀਗਾ, ਉਹਨਾਂ ਨੇ ਇੱਕ ਵੱਡਾ ਟਰਾਲਾ ਲੋਡ ਕਰਕੇ ਜਿਹਦੇ ਵਿੱਚ ਲੱਖਾਂ ਰੁਪਏ ਦਾ ਸਮਾਨ ਹੋਏਗਾ ਜਿਹੜਾ ਆ ਕੇ ਉੱਥੇ ਡਿਸਟਰੀਬਿਊਟ ਕੀਤਾ। ਇਹਨਾਂ ਸਾਰਿਆਂ ਨੂੰ ਪ੍ਰਣਾਮ ਕਰਦੇ ਹਾਂ। ਰਾਜ ਕੁਮਾਰ ਜੀ ਨੇ ਉਸ ਔਖੇ ਵੇਲੇ ਫੋਨ 'ਤੇ ਵਾਰ-ਵਾਰ ਇਹ ਗੱਲ ਕਹੀ ਕਿ ਕਿਸਾਨੀ ਸੰਘਰਸ਼ ਦੇ ਵਾਸਤੇ ਸਾਨੂੰ ਦੱਸੋ, ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਅਸੀਂ ਕੀ ਕਰ ਸਕਦੇ ਹਾਂ। ਇਹਨਾਂ ਨੇ ਉੱਥੇ ਪ੍ਰੋਟੈਸਟ ਕੀਤੇ, ਨਾਲ ਦੇ ਨੌਜਵਾਨਾਂ ਨੂੰ ਲਾਮਬੰਦ ਕੀਤਾ, ਜਿਹਦੇ ਵਿੱਚ ਨੌਜਵਾਨ, ਬੱਚੀਆਂ, ਬੱਚੇ, ਬਜ਼ੁਰਗ ਸਾਰਿਆਂ ਨੇ ਝੰਡੇ ਫੜ ਕੇ, ਔਰ ਬਾਹਰਲੇ ਘੱਟੋ ਘੱਟ ਵੀ 90 ਮੁਲਕਾਂ ਦੇ ਵਿੱਚ ਨੌਜਵਾਨਾਂ ਨੇ, ਚਾਹੇ ਉਹ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਦੇ ਵਿੱਚ ਰਹਿੰਦਾ ਕਿਸਾਨ ਸੀ, ਕਿਸਾਨੀ ਦੇ ਨਾਲ ਜੁੜਿਆ ਹੋਇਆ, ਕਿਸਾਨੀ ਲੋਕਾਂ ਦੇ ਨਾਲ ਪਿਆਰ ਕਰਨ ਵਾਲਾ, ਜਿਸ ਤਰ੍ਹਾਂ ਟੋਲ ਪਲਾਜ਼ਾ ਮਾਮੂ ਜੀ ਤੇ ਵੀ ਕੁਝ ਮਿਸਾਲਾਂ ਨੇ। ਉਹਨਾਂ ਲੋਕਾਂ ਦੇ ਕੋਲ ਜ਼ਮੀਨ ਨਹੀਂ, ਪਰ ਉਹਨਾਂ ਨੇ ਗੀਤਾਂ ਦੇ ਰਾਹੀਂ, ਆਪਣੇ ਕਰ ਕਮਲਾਂ ਦੇ ਰਾਹੀਂ ਉਹਨਾਂ ਨੇ ਹਰੇਕ ਤਰ੍ਹਾਂ ਦਾ ਹਿੱਸਾ ਪਾਇਆ। ਪਰ ਉਹਨਾਂ ਦੇ ਕੋਲ ਜ਼ਮੀਰ ਸੀ, ਜ਼ਮੀਨ ਨਹੀਂ ਸੀ। ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹਦੇ 'ਚ ਹਿੱਸਾ ਪਾਉਣਾ ਹੈ, ਤਾਂ ਜਿੱਤ ਹੋਈ। ਕਿਸਾਨੀ ਸੰਘਰਸ਼ ਅਜੇ ਬਹੁਤ ਸਾਰੀਆਂ ਗੱਲਾਂ ਬਾਕੀ ਨੇ, ਉਹ ਵੀ 32 ਕਿਸਾਨ ਜਥੇਬੰਦੀਆਂ ਉਹ ਹੱਲ ਕਰਵਾਉਣਗੀਆਂ। ਜਿਵੇਂ ਜਿਵੇਂ ਆਦੇਸ਼ ਹੋਏਗਾ ਉਸੇ ਤਰ੍ਹਾਂ ਜਿਹੜਾ ਕਿਸਾਨ ਇੱਥੋਂ ਦੀ ਜਨਤਾ ਹੈ ਉਹ ਉਹਨਾਂ ਦੇ ਵਿਚਾਰਾਂ ਨੂੰ ਫੋਲੋ ਕਰੇਗੀ। ਹੁਣ ਬੇਨਤੀ ਕਰਦੇ ਹਾਂ ਰਾਜ ਕੁਮਾਰ ਜੀ, ਤੁਸੀਂ ਜਦੋਂ ਦੇਖਿਆ ਕਿ ਟੋਲ ਪਲਾਜ਼ਾ ਤੋਂ ਦੇਵ ਲਾਈਵ ਰੇਡੀਓ ਤੁਸੀਂ ਦੇਖਦੇ ਸੀ, ਤੁਹਾਡੇ ਮਨ 'ਚ ਵੀ ਇੱਕ ਤੜਪ ਉੱਠੀ ਕਿ ਦੱਸੋ ਅਸੀਂ ਪਾਣੀ, ਦੁੱਧ, ਔਰ ਉੱਥੇ ਟਿਕਰੀ ਦੇ ਬਾਰਡਰਾਂ 'ਤੇ ਤੁਸੀਂ ਉੱਥੋਂ ਸੇਵਾ ਵੀ ਸਮੇਂ-ਸਮੇਂ 'ਤੇ ਭੇਜਦੇ ਰਹੇ, ਔਰ ਹਜ਼ਾਰਾਂ ਰੁਪਏ ਦੀ ਸੇਵਾ ਕਰਕੇ ਤੁਸੀਂ ਉੱਥੇ ਦੁੱਧ ਮੁਹੱਈਆ ਕਰਾਇਆ। ਪਾਣੀ ਦੀਆਂ ਜਿਹੜੀਆਂ ਪੇਟੀਆਂ ਨੇ ਉੱਥੋਂ ਬਹਾਦਰਗੜ੍ਹ ਤੋਂ ਲਿਆ ਕੇ ਉੱਥੇ ਲੋਕਾਂ ਦੇ ਵਿੱਚ ਡਿਸਟਰੀਬਿਊਟ ਕੀਤੀਆਂ। ਕੋਟ ਭਾਈ ਤੋਂ ਲੰਗਰ ਚੱਲਦਾ ਸੀ, ਬਿਲਕੁਲ ਜਿੱਥੇ ਰਹਿਣ ਬਸੇਰਾ ਬਣਿਆ ਹੋਇਆ ਹੈ ਉਹਦੇ ਨਾਲ, ਉਸ ਕੋਟ ਭਾਈ ਦੇ ਲੰਗਰ ਦੇ ਵਿੱਚ ਵੀ ਤੁਹਾਡੀ ਜਿਹੜੀ ਸੇਵਾ ਹੈ ਉਹ ਡਿਸਟਰੀਬਿਊਟ ਕੀਤੀ ਗਈ, ਔਰ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਤੁਹਾਡੇ ਤੋਂ ਇੱਕੋ ਸਵਾਲ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਕਿ ਜਿਹੜਾ ਨਰਿੰਦਰ ਮੋਦੀ ਨੇ ਜਦੋਂ ਐਲਾਨ ਕੀਤਾ ਤਾਂ ਤੁਹਾਨੂੰ ਜਿਹੜੀ ਉਹ ਖੁਸ਼ੀ, ਜਿਹੜੀ ਤੁਹਾਡੀ ਖੁਸ਼ੀ ਸੀ ਉਹ ਕਿਸ ਤਰ੍ਹਾਂ ਦੀ ਸੀ, ਔਰ ਤੁਹਾਨੂੰ ਕਿਵੇਂ ਕਿਵੇਂ ਫੋਨ ਆਏ ਅਤੇ ਤੁਸੀਂ ਕਿਵੇਂ ਕਿਵੇਂ ਉਹਨੂੰ ਸੈਲੀਬ੍ਰੇਟ ਕੀਤਾ ਜੀ? ਦੇਖੋ ਜੀ, ਬੜੀ ਦੇਰ ਤੋਂ ਆਪਾਂ ਉਹ ਐਡਾ ਕਿਸਾਨ ਮੋਰਚਾ ਦੇ ਇੱਥੇ ਭੈਣ ਭਰਾ ਮਾਵਾਂ ਆਪਣੀਆਂ ਦਿੱਲੀ ਬੈਠੀਆਂ ਸੀ, ਸਾਨੂੰ ਬਾਹਰ ਬੈਠਿਆਂ ਨੂੰ ਬਹੁਤ ਹੀ ਮਾੜਾ ਲੱਗਦਾ ਸੀ ਵੀ ਸਾਡੇ ਭੈਣ ਭਰਾ ਘਰਾਂ ਬਾਹਰ ਵਾਲੇ ਉੱਥੇ ਟੈਂਟਾਂ ਦੇ ਵਿੱਚ ਬੈਠੇ ਨੇ, ਕਦੇ ਮੀਂਹ ਪੈਂਦਾ, ਕਦੇ ਹਨੇਰੀ ਆਉਂਦੀ ਹੈ। ਤੋ ਜਦੋਂ ਵੀ ਨਿਊਜ਼ ਵਗੈਰਾ ਦੇਖੀ ਦੀਆਂ ਸੀ ਜਾਂ ਫੇਸਬੁੱਕ ਜਾਂ ਆਪਣੇ ਹੋਰ ਜੋ ਮੀਡੀਆ ਦੀਆਂ ਚੀਜ਼ਾਂ ਤੋਂ ਤਾਂ ਬੜਾ ਮਨ ਖਰਾਬ ਹੁੰਦਾ ਸੀਗਾ ਅਤੇ ਕੁਛ ਵੀ ਵਧੀਆ ਨਹੀਂ ਲੱਗਦਾ ਹੁੰਦਾ ਸੀਗਾ, ਕਿਉਂਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਤੋਂ ਹੈਗਾ ਅਤੇ ਮੈਨੂੰ ਪਤਾ ਵੀ ਇੱਕ ਕਿਸਾਨ ਦੀ ਕੀ ਲੋੜ ਹੁੰਦੀ ਹੈ। ਬਟ ਜਦੋਂ ਵੀ ਮੈਨੂੰ ਪਤਾ ਲੱਗਾ ਨਿਊਜ਼ ਦੇ ਥਰੂ ਜਾਂ ਭੈਣ ਭਰਾਵਾਂ ਦੇ ਥਰੂ ਵੀ ਮੋਦੀ ਸਾਹਿਬ ਆਪਣੇ ਜੋ ਸਾਡੇ ਪ੍ਰਧਾਨ ਮੰਤਰੀ ਨੇ ਦੇਖਦੇ, ਉਹਨਾਂ ਨੇ ਵੀ ਇਹਨੇ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲਏ, ਮੇਰੀ ਖੁਸ਼ੀ ਦਾ ਕੋਈ ਹੱਦ ਨਹੀਂ ਸੀਗੀ। ਮੈਂ ਦਿਲੋਂ ਬਹੁਤ ਖੁਸ਼ ਹੋਇਆ ਅਤੇ ਅਸੀਂ ਜਿੰਨੇ ਵੀ ਉੱਥੇ 4 ਪਰਿਵਾਰ ਜਾਂ ਸੱਜਣ ਮਿੱਤਰ ਸੀ, ਆਪਦਾ ਜੋ ਵੀ ਇੱਕ ਦੂਜੇ ਨੂੰ ਫੋਨ ਕਰਕੇ ਜਾਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਵੀ ਚਲੋ ਸਾਡਾ ਜੋ ਸੰਘਰਸ਼ ਸੀਗਾ ਉਹ ਸਾਡੇ ਭੈਣ ਭਰਾ ਕਾਮਯਾਬ ਹੋ ਗਏ ਅਤੇ ਹੁਣ ਆਪਦੀ ਸੁਖੀ ਸਾਂਦੀ ਘਰੇ ਪਹੁੰਚ ਜਾਣਗੇ। ਅਤੇ ਮੈਂ ਦਿਲੋਂ ਧੰਨਵਾਦ ਕਰਦਾ ਆਪਣੇ ਪ੍ਰਧਾਨ ਮੰਤਰੀ ਦਾ ਵੀ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਅਤੇ ਉਹਨਾਂ ਨੂੰ ਜਿਵੇਂ ਵੀ ਸਾਡੇ ਕਿਸਾਨ ਭਰਾਵਾਂ 'ਤੇ ਉਹਨਾਂ ਦੀਆਂ ਮਜਬੂਰੀਆਂ ਨੂੰ ਸਮਝਿਆ ਜਾਂ ਉਹਨਾਂ ਦੀ ਜੋ ਵੀ ਲੋੜ ਸੀ ਉਹਨੂੰ ਉਹਨਾਂ ਨੇ ਪੂਰਾ ਕੀਤਾ। ਉੱਥੇ ਲੋਕਾਂ ਨੇ ਫਿਰ ਉਸ ਦਿਨ ਕੋਈ ਨੱਚੇ, ਕੋਈ ਭੰਗੜੇ ਪਾਏ ਜਾਂ ਆਤਿਸ਼ਬਾਜ਼ੀ ਕੀਤੀ, ਕੀ ਨਜ਼ਾਰਾ ਸੀ ਉੱਥੋਂ ਦਾ? ਸਾਡੇ ਤਾਂ ਜੀ ਜਦੋਂ ਜਿੰਨਾ ਕੁ ਸਾਡੇ ਵਾਲਾ ਏਰੀਆ ਸੀਗਾ ਤਾਂ ਬਹੁਤ ਵਧੀਆ ਮਾਹੌਲ ਸੀਗਾ, ਕਿਉਂਕਿ ਮੇਰਾ ਜਿੱਥੇ ਮੈਂ ਰਹਿੰਦਾ ਸਾਡਾ ਪੰਜਾਬੀ ਏਰੀਆ ਸਾਰਾ ਉਹ, ਅਤੇ ਪੰਜਾਬੀ ਵਸੋਂ ਜ਼ਿਆਦਾ ਹੈਗੀ ਹੈ ਅਤੇ ਸਾਡੇ ਮਤਲਬ ਸ਼ੋਰ ਸ਼ਰਾਬਾ ਨਹੀਂ ਕਰਨ ਦਿੰਦੇ ਵਿਦਆਊਟ ਪਰਮਿਸ਼ਨ ਦੇ, ਬਟ ਲੋਕ ਬਹੁਤ ਖੁਸ਼ ਸੀਗੇ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸੀਗੇ ਉਸ ਹਿਸਾਬ ਨਾਲ, ਅਤੇ ਆਪਦਾ ਇੱਕ ਦੂਜੇ ਦੇ ਮੂੰਹ ਮਿੱਠੇ ਕਰਾ ਲਏ ਸੀਗੇ ਵੀ ਬਹੁਤ ਵਧੀਆ ਹੋ ਗਿਆ, ਹੁਣ ਸਾਡੇ ਭੈਣ ਭਰਾ ਘਰੇ ਪਹੁੰਚ ਜਾਣਗੇ।
ਤੁਹਾਡੀ ਜਦੋਂ ਅਸੀਂ ਵੀਡੀਓ ਬਣਾ ਕੇ ਇੱਥੋਂ ਲਾਈਵ ਚੱਲਦਾ ਸੀ ਦੇਵ ਲਾਈਵ ਰੇਡੀਓ ਟਿਕਰੀ ਬਾਰਡਰ ਤੋਂ, ਉਹਦੇ ਵਿੱਚ ਜਿਹੜੀ ਤੁਹਾਡੇ ਦੁਆਰਾ ਸੇਵਾ, ਦੁੱਧ ਦੀ ਸੇਵਾ, ਪਾਣੀ ਦੀ ਸੇਵਾ ਔਰ ਲੰਗਰ ਦੇ ਵਿੱਚ ਜਿਹੜੀ ਦਾਲਾਂ ਦੀ ਸੇਵਾ ਔਰ ਜੋ ਵੀ ਤੁਸੀਂ ਉਹ ਸੇਵਾ ਤੁਸੀਂ ਵੇਖਦੇ ਸੀ, ਤੁਹਾਨੂੰ ਕੀ ਮਹਿਸੂਸ ਹੁੰਦਾ ਸੀ? ਤੇ ਕੋਈ ਬਹੁਤ ਵਧੀਆ ਲੱਗਦਾ ਜੀ। ਜਿਵੇਂ ਹੁਣ ਦੇਖੋ, ਜਦੋਂ ਵੀ ਕੋਈ ਕੰਮ ਕਿਸੇ ਦੇ ਆਪਾਂ ਕਹਿੰਦੇ ਵੀ ਹਾਂਜੀ ਮੈਂ ਕਿਸੇ ਨੂੰ, ਚਲੋ ਉਹਨੂੰ ਆਪਾਂ ਕੀ ਇੱਕ ਸੇਵਾ ਹੁੰਦੀ ਹੈ, ਸੇਵਾ ਸਹੀ ਹੱਥੀਂ ਪਹੁੰਚ ਜਾਵੇ ਤੇ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਹਾਂ ਵੀ ਮੇਰਾ ਜੋ ਮੈਂ ਕੁਛ ਨੂੰ ਭੇਜਿਆ ਉਹ ਸਹੀ ਹੱਥ ਪਹੁੰਚਿਆ ਔਰ ਸਹੀ ਮਤਲਬ ਥਾਂ ਤੇ ਉਹ ਚੀਜ਼ ਦੀ ਯੂਜ਼ ਹੋ ਗਿਆ। ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ ਜਦੋਂ ਤੁਸੀਂ ਉਪਰਾਲੇ ਕਰਦੇ ਸੀਗੇ ਤੇ ਸਾਨੂੰ ਵੀਡੀਓ ਭੇਜਦੇ ਸੀਗੇ ਤੇ ਵਧੀਆ ਲੱਗਦਾ ਸੀ। ਧੰਨਵਾਦ ਜੀ ਰਾਜਕੁਮਾਰ ਜੀ, ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ, ਹੌਸਲਾ ਵੀ ਦਿੰਦੇ ਰਹੇ ਕਿ ਤਗੜੇ ਹੋ ਕੇ ਰਵੋ। ਅਗਰ ਕਿਤੇ ਕੋਈ ਮੁਸ਼ਕਲ ਆਏਗੀ, ਕਿਤੇ ਕੋਈ ਟਰਾਲੇ ਬਾਉਂਡ ਹੁੰਦੇ ਨੇ ਤਾਂ, ਜੇ ਲੋਕਾਂ ਦੇ ਪਰਚੇ ਹੁੰਦੇ ਨੇ ਤਾਂ, ਕਿਤੇ ਸਰਕਾਰ ਕੋਈ ਇੱਦਾਂ ਦਾ ਕੰਮ ਕਰਦੀ ਏ ਤਾਂ ਅਸੀਂ ਜਿਹੜੇ ਬਾਹਰ ਬੈਠੇ ਜਿਹੜੇ ਤੁਹਾਡੇ ਭੈਣਾਂ ਭਰਾ ਹੈਗੇ ਆ, ਅਸੀਂ ਤੁਹਾਡੀ ਪੂਰੀ ਮਦਦ ਲਈ ਅੱਗੇ ਆਵਾਂਗੇ। ਸਾਨੂੰ ਵਾਰ-ਵਾਰ ਰਾਜਕੁਮਾਰ ਜੀ ਕਹਿੰਦੇ ਰਹੇ ਕਿ ਬੋਲੋ ਕਿੰਨੇ ਪੈਸੇ ਹੋਰ ਭੇਜੀਏ, ਅਸੀਂ ਉੱਥੇ ਇਕੱਠੇ ਆ, ਗੈਟ ਟੂਗੈਦਰ ਹੋ ਕੇ ਕਰਦੇ ਆ। ਅਸੀਂ ਇੱਕੋ ਬੇਨਤੀ ਕਰਦੇ ਸੀ ਕਿ ਸੱਚੇ ਪਾਤਸ਼ਾਹ ਦੇ ਅੱਗੇ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਕਿ ਮੋਦੀ ਨੂੰ ਔਰ ਮੋਦੀ ਦੀ 100 ਮੰਤਰੀਆਂ ਦੀ ਜੁੰਡਲੀ ਨੂੰ ਔਰ ਬੀਜੇਪੀ ਦੀ ਗਵਰਨਮੈਂਟ ਨੂੰ ਪਰਮਾਤਮਾ ਸਮੱਤ ਬਖਸ਼ਿਸ਼ ਕਰੇ ਤਾਂ ਜੋ ਇਹ ਸਹੀ ਲਾਈਨ ਤੇ ਆ ਜਾਣ ਔਰ ਇਹ ਸਹੀ ਲਾਈਨ ਤੇ ਆ ਗਏ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇੱਕ ਸ਼ੁਭ ਦਿਹਾੜੇ ਤੇ ਉਸ ਦਿਨ ਅਰਦਾਸਾਂ ਹੋਈਆਂ ਔਰ ਉਹਨਾਂ ਅਰਦਾਸਾਂ ਦੇ ਕਰਕੇ ਹੀ ਜਿਹੜਾ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀ ਸਰਕਾਰ ਨੂੰ ਔਰ ਮੋਦੀ ਨੂੰ ਸਮੱਤ ਬਖਸ਼ਿਸ਼ ਕੀਤੀ ਤੇ ਇਹ ਜਿਹੜੇ ਕਾਨੂੰਨ ਸੀ ਉਹਨਾਂ ਨੇ ਵਾਪਸ ਲਏ। ਹੁਣ ਮੈਂ ਬੇਨਤੀ ਕਰਦਾ ਜਸਪਾਲ ਵੀਰ ਜੀ, ਤੁਸੀਂ ਵੀ ਇਸ ਕਿਸਾਨੀ ਸੰਘਰਸ਼ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ ਔਰ ਸਮੇਂ-ਸਮੇਂ 'ਤੇ ਜੇ ਅਸੀਂ ਪਹਿਲੇ ਦਿਨ ਡੱਬ ਵਾਲੀ ਬਾਰਡਰ ਪਹੁੰਚੇ 25 ਤਰੀਕ ਨੂੰ, ਤੁਹਾਡੇ ਤਾਂ ਸਾਨੂੰ ਫੋਨ ਜਾ ਰਹੇ ਸੀ ਔਰ ਅਸੀਂ 26 ਨੂੰ ਮਹਿਮ ਰੁਕੇ ਔਰ ਅਸੀਂ ਅਗਲੇ ਦਿਨ ਦਿੱਲੀ ਦੇ ਟੀਕਰੀ ਬਾਰਡਰ 'ਤੇ ਪਹੁੰਚੇ ਤਾਂ ਤੁਹਾਡੇ ਘੰਟੇ ਬਾਅਦ ਸਾਨੂੰ ਫੋਨ ਆਉਂਦੇ ਸੀ ਕਿੱਦਾਂ ਦੇ ਹਾਲਾਤ ਨੇ, ਤੁਸੀਂ ਕੀ ਅੱਗੇ ਵੱਧ ਰਹੇ ਹੋ, ਕਿੰਨੇ ਕੁ ਅੱਗੇ ਪੱਥਰ ਲਾਏ ਨੇ, ਕਿੰਨੀਆਂ ਅੱਗੇ ਨੋਚਾਂ ਲਾਈਆਂ ਨੇ, ਕਿੰਨੀਆਂ ਸੜਕਾਂ ਪੁੱਟੀਆਂ ਨੇ। ਔਰ ਜਦੋਂ ਤੁਸੀਂ ਵੀਡੀਓ ਦੇਖਦੇ ਸੀ ਉਸੇ ਵੇਲੇ ਤੁਹਾਡਾ ਫੋਨ ਆਉਂਦਾ ਸੀ। ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ, ਤੁਸੀਂ ਬਹੁਤ ਹੌਸਲਾ ਵਧਾਇਆ ਔਰ ਤੁਸੀਂ ਇਹ ਵੀ ਕਿਹਾ ਸੀ ਕਿ ਜਦੋਂ ਦੂਜਾ ਜਥਾ ਆਏਗਾ ਸਾਨੂੰ ਉਦੋਂ ਦੱਸਣਾ, ਉਹਦੇ ਵਾਸਤੇ ਕੀ ਵਿਵਸਥਾ ਕਰਕੇ ਭੇਜੀਏ, ਕਿੰਨਾ ਪਾਣੀ, ਕਿੰਨਾ ਦੁੱਧ, ਕਿੰਨਾ ਅਚਾਰ, ਕਿੰਨੇ ਗੱਟੇ ਆਟੇ ਦੀ ਵਿਵਸਥਾ ਹੈ। ਜੇ ਪੈਸਿਆਂ ਦੀ ਲੋੜ ਹੈ ਤਾਂ ਤੁਸੀਂ ਬਹੁਤ ਵੱਡੀ ਇੱਕ ਸੇਵਾ ਦਾ ਕਾਰਜ ਨਿਭਾਇਆ ਹੈ ਔਰ ਸਮੇਂ-ਸਮੇਂ 'ਤੇ ਤੁਸੀਂ ਉੱਥੇ ਵੀ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ। ਮੈਂ ਬੇਨਤੀ ਕਰਦਾ ਤੁਹਾਨੂੰ ਕਿ ਜਦੋਂ ਮੋਦੀ ਸਰਕਾਰ ਨੇ ਅਨਾਊਂਸਮੈਂਟ ਕਰ ਦਿੱਤੀ ਔਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ, ਕੋਈ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਨਹੀਂ ਕੀਤੀ, ਕੋਈ ਉਹਨਾਂ ਨੇ ਆਪਦੇ 2-4 ਸਾਥੀਆਂ ਦੇ ਨਾਲ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ। ਅਚਾਨਕ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਔਰ ਮੋਦੀ ਨੂੰ ਸਮੱਤ ਬਖਸ਼ਿਸ਼ ਹੋਈ ਤਾਂ ਉਹਨੇ ਐਲਾਨ ਕੀਤਾ। ਤੁਹਾਨੂੰ ਕਿਹੋ ਜਿਹਾ ਲੱਗਿਆ ਜਦੋਂ ਇਹ ਗੱਲਾਂ ਆਸ-ਪਾਸ ਤੋਂ ਫੋਨ ਖੜਕੇ, ਟੱਲੀਆਂ ਖੜਕੀਆਂ, ਆਤਿਸ਼ਬਾਜ਼ੀ ਹੋਈ, ਪਟਾਕੇ ਚੱਲੇ, ਭੰਗੜੇ ਪਏ, ਢੋਲ ਵੱਜੇ, ਤੁਸੀਂ ਕੀ ਮਹਿਸੂਸ ਕੀਤਾ ਉਹਦੇ? ਮੈਂ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਸੀਗੇ ਇਹ ਵਾਕਿਆ ਹੀ ਕਾਲੇ ਸੀਗੇ। ਦੇਖੋ ਜਿਹੜੀ ਲੋਕ ਰਾਏ ਹੁੰਦੀ ਹੈ ਨਾ ਜੀ, ਲੋਕ ਰਾਏ ਕਦੇ ਵੀ ਗਲਤ ਨਹੀਂ ਹੁੰਦੀ। ਇਸ ਕਾਨੂੰਨਾਂ ਸੰਬੰਧੀ ਜਿਹੜੀ ਮੈਂ ਸਮਝਾਂਗਾ ਕਿ 99.9% ਲੋਕ ਇਹ ਕਹਿੰਦੇ ਸੀ ਕਾਨੂੰਨ ਗਲਤ ਨੇ, ਸਰਕਾਰ ਕਹਿੰਦੀ ਸੀ ਠੀਕ ਹੈ। ਜਿਹੜੀ ਲੋਕ ਰਾਏ ਹੈ ਉਹ ਸੱਚ ਸਾਬਤ ਹੋਈ, ਕਾਨੂੰਨ ਕਾਲੇ ਸਾਬਤ ਹੋਏ, ਦੇਰ ਆਏ ਤੇ ਦਰੁਸਤ ਆਏ। ਤੇ ਲਗਭਗ 1 ਸਾਲ ਲੱਗ ਗਿਆ ਜੀ। ਬੜਾ ਇਤਿਹਾਸਿਕ ਸੰਘਰਸ਼ ਕੀਤਾ ਕਿਸਾਨ ਜਥੇਬੰਦੀਆਂ ਨੇ, ਤੁਹਾਡੇ ਸਾਰੇ ਭਰਾਵਾਂ ਦਾ ਬੜਾ ਵੱਡਾ ਯੋਗਦਾਨ ਹੈ, ਬੜਾ ਵੱਡਾ ਸਹਿਯੋਗ ਹੈ। ਦੇਖੋ ਕਿੱਥੋਂ ਕੰਮ ਚੱਲਿਆ, ਕਿੱਥੇ ਪਹੁੰਚਿਆ, ਗਰਾਊਂਡ ਦੇ ਵਿੱਚ ਤੁਸੀਂ ਸਾਰੇ ਭਰਾਵਾਂ ਨੇ ਕੰਮ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਫੰਡ ਇਕੱਠਾ ਕਰਨਾ, ਲੋੜਵੰਦਾਂ ਤੱਕ ਪਹੁੰਚਾਉਣਾ, ਲੋਕਾਂ ਤੱਕ ਮੈਸੇਜ ਪਹੁੰਚਾਉਣੇ, ਮੈਂ ਕਹਿੰਦਾ ਜੀ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ। ਔਰ ਇਹਦੇ ਵਰਗਾ ਇਤਿਹਾਸਿਕ ਜਿਹੜਾ ਆਪਣਾ ਇਹ ਸਿਸਟਮ ਸੀਗਾ, ਇਹ ਤੱਕ ਇਤਿਹਾਸ ਨਾ ਕਦੇ ਵਾਪਰਿਆ ਅਤੇ ਮੈਨੂੰ ਲੱਗਦਾ ਵਾਪਰੇਗਾ ਵੀ ਨਹੀਂ। ਔਰ ਜਿੱਤ ਬੜੀ ਅੱਛੀ ਹੋਈ ਹੈ। ਮੈਨੂੰ ਯਾਦ ਹੈ ਜਿਸ ਦਿਨ ਇਹ ਕਾਨੂੰਨ ਵਾਪਸ ਹੋਇਆ, ਮੈਂ ਬ੍ਰੇਕਫਾਸਟ ਕਰ ਰਿਹਾ ਸੀਗਾ ਤਾਂ ਮੋਬਾਈਲ ਦੇ ਉੱਪਰ ਇੱਕ ਜਸਟ ਉਹ ਕਿਸੇ ਦਾ WhatsApp ਮੈਸੇਜ ਆਇਆ ਔਰ ਸਕਰੀਨਸ਼ਾਟ ਹੋਇਆ TV ਦਾ ਕਿ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਲੈ ਲਏ ਗਏ ਪ੍ਰਧਾਨ ਮੰਤਰੀ। ਯਕੀਨ ਨਹੀਂ ਹੋਇਆ। ਬ੍ਰੇਕਫਾਸਟ ਵਿੱਚ ਛੱਡ ਕੇ ਮੈਂ TV ਔਨ ਕੀਤਾ, ਦੇਖਿਆ, ਵਾਕਿਆ ਹੀ ਕਿਆ ਬਾਤ ਹੈ ਜੀ। ਖੁਸ਼ੀ ਹੋਈ, ਬਹੁਤ ਜ਼ਿਆਦਾ ਖੁਸ਼ੀ ਹੋਈ। ਫਿਰ ਉਸ ਤੋਂ ਬਾਅਦ ਤਾਂ ਫਿਰ ਸਾਰਾ ਦਿਨ ਅਸੀਂ TV ਹੀ ਦੇਖਦੇ ਰਹੇ
ਕਿ ਕਿਸ ਤਰ੍ਹਾਂ ਹੋਇਆ। ਇਹ ਦੇਖੋ ਲੋਕ ਜਿੱਤ ਹੋਈ ਹੈ, ਲੋਕਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ। ਇਹ ਇੱਥੋਂ ਇੱਕ ਚੀਜ਼ ਸਾਬਤ ਹੋ ਗਈ ਕਿ ਲੋਕ ਜੋ ਚਾਹਣ, ਲੋਕ ਤਾਕਤ ਜੋ ਚਾਹੇ ਉਹ ਕਰ ਸਕਦੇ ਆ। ਬੀਇੰਗ ਇੰਪਲੋਈ ਅਸੀਂ ਜਿੰਨਾ ਕੁ ਸਹਿਯੋਗ ਸੀਗਾ ਉਹ ਦੇ ਦਿੱਤਾ ਹੈ ਜੀ, ਦੇ ਸਕੇ ਹਾਂ, ਦਿੰਦੇ ਵੀ ਰਹਾਂਗੇ। ਮੈਂ ਇੱਕ ਹੋਰ ਬੜਾ ਜਿੰਨਾ ਕੁਝ ਅਸੀਂ ਯੋਗਦਾਨ ਪਾ ਸਕਦੇ ਸੀਗੇ, ਮੇਰੀ ਪੋਸਟਿੰਗ ਅੱਜ ਕੱਲ੍ਹ ਜਲੰਧਰ ਹੈ, ਤਾਂ ਉਹ ਸ਼ਹਿਰੀ ਏਰੀਆ ਹੋਣ ਕਾਰਨ ਸ਼ਹਿਰਾਂ ਦੇ ਜਿਹੜੇ ਲੋਕ ਹਨ ਜੀ, ਉਹ ਇਸ ਚੀਜ਼ ਤੋਂ ਅਲੱਗ ਆਪਣੇ ਆਪ ਨੂੰ ਰੱਖ ਰਹੇ ਸੀਗੇ ਕਿ ਇਹ ਸੰਘਰਸ਼ ਸਾਡਾ ਨਹੀਂ ਹੈ। ਅਸੀਂ ਜ਼ਿਆਦਾ ਨਹੀਂ ਤਾਂ 4-5 ਸੈਮੀਨਾਰ ਕੀਤੇ ਜੀ ਉੱਥੇ ਲੋਕਲ ਸੰਸਥਾਵਾਂ ਦੇ ਨਾਲ, ਔਰ ਲੋਕਾਂ ਨੂੰ ਸਮਝਾਉਣ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਸੈਮੀਨਾਰ, ਸੈਂਕੜਿਆਂ ਦੀ ਗਿਣਤੀ ਸੀਗੇ, ਉਹਨਾਂ ਨੇ ਸੈਮੀਨਾਰ ਅਟੈਂਡ ਕੀਤੇ ਹੈ। ਰੈੱਡ ਕਰਾਸ ਦੀ ਸਹਾਇਤਾ ਦੇ ਨਾਲ, ਸਾਡੀਆਂ 1-2-3 ਹੋਰ ਇੱਥੇ NGOs ਹੈਗੀਆਂ, ਉਹਨਾਂ ਦੇ ਸਹਿਯੋਗ ਨਾਲ ਜਿੰਨੇ ਲੋਕਾਂ ਨੇ ਸੈਮੀਨਾਰ ਅਟੈਂਡ ਕੀਤੇ, ਉਹ ਜਾਣ ਲੱਗਿਆ ਇਹ ਕਹਿ ਕੇ ਗਿਆ ਕਿ ਬਿਲਕੁਲ ਜਿਹੜੇ ਇਹ ਕਾਨੂੰਨ ਨੇ ਕਾਲੇ ਨੇ, ਕਿਸਾਨ ਜੋ ਕਰ ਰਹੇ ਨੇ ਬਿਲਕੁਲ ਠੀਕ ਕਰ ਰਹੇ ਹੈ। ਔਰ ਚਲੋ ਦੇਰ ਆਇਦ ਦੁਰੁਸਤ ਆਇਦ ਕਾਨੂੰਨ ਵਾਪਸ ਹੋ ਗਏ। ਬੜਾ ਅੱਛਾ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਜਿਹੜੇ ਲੋਕਾਂ ਦੀ ਨਬਜ਼ ਹੈ ਉਹਨੂੰ ਸਮਝਿਆ। ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਿਹੜਾ ਸੰਘਰਸ਼ ਲੜਨ ਦੀ ਕਿਸਾਨ ਜਥੇਬੰਦੀਆਂ, ਉਹਨਾਂ ਦੇ ਆਗੂ, ਉਹਨਾਂ ਨੇ ਜਿੰਨਾ ਸੁਹਿਰਦਤਾ ਨਾਲ ਇਹ ਕੰਮ ਕੀਤਾ ਹੈ, ਇੰਨੇ ਵੱਡੇ ਹਜੂਮ ਨੂੰ ਸੰਭਾਲ ਕੇ ਰੱਖਿਆ ਹੈ, ਇੰਨੇ ਵੱਡੇ ਹਜੂਮ, ਇੰਨੀ ਵੱਡੀ ਜਿਹੜੀ ਸੰਗਤ ਹੈ ਉਹਨਾਂ ਨੂੰ ਮਤਲਬ ਗਾਈਡ ਕਰਨਾ, ਉਹਨਾਂ ਲਈ ਅਰੇਂਜਮੈਂਟ ਕਰਨਾ ਬੜੀ ਵੱਡੀ ਗੱਲ ਹੈ। ਇੱਥੇ ਦੇਖੋ ਆਪਣਾ ਇੱਕ ਪਰਿਵਾਰ ਹੁੰਦਾ ਹੈ, ਉਹਨਾਂ 'ਚ 8 ਜੀ ਨੇ ਤਾਂ 8 ਜੀਆਂ ਦੀ ਮੱਤ ਅਲੱਗ-ਅਲੱਗ ਹੁੰਦੀ ਹੈ। ਇੰਨੇ ਲੋਕਾਂ ਨੂੰ ਇਕੱਠੇ ਰੱਖਣਾ, ਇੰਨੇ ਲੋਕਾਂ ਨੂੰ ਗਾਈਡ ਕਰਨਾ, ਇੱਕ ਲੜੀ ਦੇ ਵਿੱਚ ਪਰੋਣਾ ਬੜੀ ਵੱਡੀ ਗੱਲ ਹੈ ਜੀ। ਇਸ ਤੋਂ ਵੱਡਾ ਮਤਲਬ ਕੋਈ ਹੋਰ ਆਪਣੇ ਕੋਲੇ ਜਿਹੜੀ ਹੈਗੀ ਹੈ ਵੱਡਾ ਆਪਾਂ ਨੂੰ, ਮੈਂ ਸ਼ਬਦ ਕੀ ਵਰਤਾਂ ਕਿ ਮਿਸਾਲ ਨਹੀਂ ਮਿਲ ਸਕਦੀ। ਪਰਮਾਤਮਾ ਹਮੇਸ਼ਾ ਕਿਸਾਨਾਂ ਨੂੰ, ਕਿਸਾਨ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਜਿਵੇਂ ਦਾ ਤੁਸੀਂ ਅੱਛਾ ਕੰਮ ਕਰ ਰਹੇ ਹੋ ਕਿਸਾਨ ਜਥੇਬੰਦੀਆਂ 'ਚ ਪਰਮਾਤਮਾ ਕਰੇ ਕਿ ਤੁਸੀਂ ਇਸ ਤਰ੍ਹਾਂ ਹੀ ਅੱਗੇ ਕਰਦੇ ਰਹੋ। ਅਸੀਂ ਤੁਹਾਨੂੰ ਹਰ ਵਕਤ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਤੁਹਾਡੇ ਲਈ ਸਦਾ ਹਾਜ਼ਰ ਹਾਂ ਜੀ। ਇੱਕ ਜਸਪਾਲ ਵੀਰ ਜੀ, ਮੇਰਾ ਇੱਕ ਆਖਰੀ ਸਵਾਲ ਹੈ ਤੁਹਾਡੇ 'ਤੇ। ਮੋਹਾਲੀ, ਚੰਡੀਗੜ੍ਹ, ਉੱਥੇ ਜਿੰਨੇ ਵੀ ਚੌਂਕ ਨੇ, ਉੱਥੇ ਬੱਚੀਆਂ, ਬੱਚੇ, ਬਜ਼ੁਰਗ, ਨੌਜਵਾਨ ਔਰ ਸਮੇਂ ਦੀ ਵੰਡ ਕਰਕੇ 4-4, 5-5 ਘੰਟਿਆਂ ਦੀ ਵੰਡ ਕਰਕੇ ਝੰਡੇ ਲੈ ਕੇ ਹਰੇਕ ਲੰਘਣ ਵਾਲੇ ਨੂੰ ਇੱਕ ਮੈਸੇਜ ਦੇ ਰਹੇ ਸੀ। ਇੱਕ ਉਹਨਾਂ ਦੇ ਵਿੱਚ ਜਾਗਰੂਕਤਾ, ਚੇਤਨਾ ਪੈਦਾ ਕਰ ਰਹੇ ਸੀ ਕਿ ਕਿਸਾਨੀ ਸੰਘਰਸ਼ ਦੇ ਨਾਲ ਜੁੜੋ, ਕਿਸਾਨੀ ਸੰਘਰਸ਼ ਦੇ ਨਾਲ ਆ ਕੇ ਖੜੋ। ਔਰ ਸ਼ਾਮ ਨੂੰ ਔਰ ਸਵੇਰੇ ਲੋਕ ਉੱਥੇ ਆਪੋ ਆਪਣੇ ਘਰਾਂ ਦੇ ਵਿੱਚੋਂ ਲੰਗਰ ਵੀ ਬਣਾ ਕੇ ਲਿਆਉਂਦੇ ਸੀ, ਕੁਝ ਪਕੌੜਿਆਂ ਦਾ, ਚਾਹ ਦਾ, ਹਰੇਕ ਤਰ੍ਹਾਂ ਦਾ ਅਰੇਂਜਮੈਂਟ ਕਰਦੇ ਸੀ। ਔਰ ਜਿਹੜੇ ਉਹ ਬੱਚੀਆਂ, ਬੱਚੇ ਨੇ, ਉਹ ਜਦੋਂ ਝੰਡੇ ਹਿਲਾਉਂਦੇ ਸੀ ਤਾਂ ਹਰੇਕ ਪਰਸਨ ਹਾਰਨ ਮਾਰ ਕੇ ਉਹਨਾਂ ਨੂੰ ਵਿਸ਼ ਕਰਕੇ ਉਹਨਾਂ ਦਾ ਹੌਸਲਾ ਵਧਾ ਕੇ ਉੱਥੋਂ ਲੰਘਦੇ ਸੀ। ਉਹਨਾਂ ਨੌਜਵਾਨਾਂ ਦੀ, ਬਜ਼ੁਰਗਾਂ ਦੀ, ਉਹਨਾਂ ਸਾਰਿਆਂ ਦੀ ਜਿਹੜੀ ਉਹ ਦਿਨ ਰਾਤ, ਚਾਹੇ ਉਹ ਗਰਮੀ ਸੀ, ਚਾਹੇ ਉਹ ਸਰਦੀ ਸੀ, ਚਾਹੇ ਬਰਸਾਤ ਪੈ ਰਹੀ ਸੀ। ਚੰਡੀਗੜ੍ਹ ਦੇ ਵਿੱਚ ਅਕਸਰ ਕੁਝ ਮਹੀਨਾ, 1.5 ਮਹੀਨਾ ਲਗਾਤਾਰ ਬਰਸਾਤ ਹੋ ਰਹੀ ਸੀ, ਪਰ ਉਹਨਾਂ ਨੇ ਝੰਡੇ ਨਹੀਂ ਛੱਡੇ। ਉਹ ਝੰਡੇ ਫੜ ਕੇ ਔਰ ਮੋਦੀ ਸਰਕਾਰ ਮੁਰਦਾਬਾਦ ਕਰਕੇ ਉਹ ਆਪਣਾ ਰੋਸ ਜ਼ਾਹਰ ਕਰ ਰਹੇ ਸੀ। ਔਰ ਨਾਲ ਦੀ ਨਾਲ ਲੋਕਾਂ ਨੂੰ ਇਹ ਕਹਿ ਰਹੇ ਸੀ ਕਿਸਾਨ ਏਕਤਾ ਜਿੰਦਾਬਾਦ, ਖੇਤੀ ਤੇ ਬਣੇ ਤਿੰਨੋਂ ਕਾਲੇ ਕਾਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ। ਇਹ ਉੱਥੇ ਆਪਣੇ ਨਾਅਰੇ ਮਾਰ ਰਹੇ ਸੀ। ਉਹਨਾਂ ਨੂੰ ਤੁਸੀਂ ਕਿੱਦਾਂ, ਉਹਨਾਂ ਦੇ ਬਾਰੇ ਕੀ ਸ਼ਬਦ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਵੀ ਦੇਖੋ ਇੱਕ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਸੀਗੇ। ਉਹ ਉਹਨਾਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਜੋ ਫਿਜ਼ੀਕਲ ਤੌਰ 'ਤੇ ਕਿਸਾਨੀ ਅੰਦੋਲਨ 'ਚ ਸ਼ਾਮਲ ਨਹੀਂ ਹੋ ਪਾਏ, ਲੇਕਿਨ ਜਾਂ ਉਹਨਾਂ ਦੀ ਮਾਨਸਿਕਤਾ ਕਿਸੇ ਹੋਰ ਪਾਸੇ ਜੁੜੀ ਹੋਈ ਸੀਗੀ। ਹੋ ਸਕਦਾ ਉਹ ਕਿਸਾਨੀ ਸੰਘਰਸ਼ ਨੂੰ ਠੀਕ ਨਾ ਸਮਝਦੇ ਹੋਣ। ਇਹ ਜਿਹੜੀ ਜੋ ਤੁਸੀਂ ਦੱਸ ਰਹੇ ਹੋ, ਇਹ ਬੜਾ ਅੱਛਾ ਇੱਕ ਕਦਮ ਸੀਗਾ। ਇਹ ਆਮ ਲੋਕਾਂ ਨੂੰ, ਅਫੀਸਰ ਜਿਹੜੀ ਲੌਬੀ ਸੀਗੀ ਜਾਂ ਚੰਡੀਗੜ੍ਹ ਦੇ ਵਸਨੀਕ ਹੈ, ਉਹਨਾਂ ਸਾਰਿਆਂ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਸੀ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਉਹਦੇ ਵਿੱਚ ਅਸੀਂ ਵੀ ਯੋਗਦਾਨ ਪਾ ਰਹੇ ਹਾਂ, ਔਰ ਜੋ ਕਿਸਾਨ ਕਰ ਰਹੇ ਹੋ ਬਿਲਕੁਲ ਠੀਕ ਕਰ ਰਹੇ ਹੈ। ਜਿੰਨਾ ਸਮਾਂ ਕਿਸੇ ਨੇ ਦੇ ਪਾਏ ਉਹ ਉਹਨਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਕੰਮ ਨੇ ਇੱਕ ਅਫੀਸਰ ਲੌਬੀ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਇੱਕ ਜਾਗਰੂਕਤਾ ਪੈਦਾ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ। ਧੰਨਵਾਦ ਜੀ ਜਸਪਾਲ ਵੀਰ ਜੀ। ਦੇਵ ਲਾਈਵ ਰੇਡੀਓ, ਕਰੋ ਆਸਰਾ NGO ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ 'ਤੇ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੁਸੀਂ ਇਸ ਲਾਈਵ ਨੂੰ, ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ। ਤੁਹਾਡਾ ਸਾਰਿਆਂ ਨੂੰ ਇੱਕ ਮੈਸੇਜ ਅਸੀਂ ਬੇਨਤੀ ਕਰਦੇ ਹਾਂ ਕਿ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ ਜਿਹੜੀ ਹਰੇਕ ਤੱਕ ਪਹੁੰਚ ਸਕੇ। ਇਹਨਾਂ ਸ਼ਬਦਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।